ਉਹਨਾਂ ਦੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਵੱਡੇ ਮਹਾਨ ਗੁਰਸਿੱਖ ਹੋਏ, ਉਹਨਾਂ ਦਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ। ਆਓ ਅੱਗੇ ਰਾਸ ਚੌਥੀ ਆਰੰਭ ਹੋ ਰਹੀ ਹੈ। ਹੁਣ ਅਗਲੀ ਕਥਾ ਸੁਣਦੇ ਹਾਂ। ਕਵੀ ਜੀ ਨੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵਰਣਨ ਆਏਗਾ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਹਨਾਂ ਦੇ ਵੀ ਇਤਿਹਾਸ ਬਾਰੇ ਕੁਝ ਜਾਣਾਂਗੇ। ਹਾਜ਼ਰੀ ਲਵਾਉਂਦੇ ਹੋਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਸੰਤਨ ਕੋ ਕਰ ਕਰ ਬੰਦਨ, ਕਹੂੰ ਕਥਾ ਸਭ ਬਿਗਨ ਨਿਕੰਦਨ। ਕਵੀ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰ ਰਹੇ, ਮੰਗਲ ਕਰ ਰਹੇ। ਕਹਿੰਦੇ ਮੈਂ ਸਾਰੇ ਸੰਤਾਂ ਨੂੰ, ਗੁਰਮੁਖਾਂ ਨੂੰ, ਮਹਾਂਪੁਰਸ਼ਾਂ ਨੂੰ ਬੰਦਨਾ ਕਰਕੇ, ਮੱਥਾ ਟੇਕ ਕੇ, ਉਹਨਾਂ ਨੂੰ ਨਮਸਕਾਰ ਕਰਕੇ ਇਹ ਪਾਵਨ ਕਥਾ ਜੋ ਸਾਰੇ ਵਿਘਨਾਂ ਨੂੰ ਕੱਟਣ ਵਾਲੀ ਹੈ, ਇਹ ਕਥਾ ਮੈਂ ਸੁਣਾ ਰਿਹਾ ਹਾਂ। ਤੀਨ ਰਾਸ ਮੈਂ ਪੂਰਨ ਕਰੀ, ਕਥਾ ਗੁਰਨ ਕੀ ਸੁੰਦਰ ਧਰੀ। ਤਿੰਨ ਰਾਸਾਂ ਪੂਰੀਆਂ ਹੋ ਗਈਆਂ ਇਸ ਗ੍ਰੰਥ ਦੀਆਂ, ਜਿਹਦੇ ਵਿੱਚ ਗੁਰਾਂ ਦੇ ਜੀਵਨ ਵਿੱਚੋਂ ਗੁਰੂ ਨਾਨਕ ਦੇਵ ਜੀ ਦਾ, ਗੁਰੂ ਅੰਗਦ ਦੇਵ, ਸਤਿਗੁਰੂ ਗੁਰੂ ਅਮਰਦਾਸ ਜੀ ਸਾਹਿਬ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਪੰਚਮ ਪਾਤਸ਼ਾਹ ਜੀ ਦੇ ਸਮੁੱਚੇ ਜੀਵਨ ਦੇ ਉੱਤੇ ਲਗਭਗ ਸ਼ਹਾਦਤ ਤੋਂ ਪਹਿਲਾਂ ਤੱਕ ਦੇ ਜੀਵਨ ਬਾਰੇ ਕਵੀ ਜੀ ਨੇ ਬਹੁਤ ਵਿਸਥਾਰ ਨਾਲ ਦੱਸਿਆ। ਬੜੀ ਹੀ ਸੁੰਦਰ ਕਥਾ ਗੁਰਾਂ ਦੇ ਜੀਵਨ ਉੱਤੇ ਲਿਖੀ ਹੈ। ਪੁੱਛੋ ਸਭ ਸਿੱਖਨ ਹਿਤ ਕਰਕੇ, ਕਥਾ ਗੁਰਨ ਕੀ ਕਹਾਂ ਵਿਚਰਕੇ। ਅੱਗੋਂ ਗੁਰਾਂ ਦੀ ਕਥਾ ਬਾਰੇ ਸੰਗਤ ਨੇ ਬੇਨਤੀ ਕੀਤੀ ਭਾਈ ਸਾਹਿਬ ਨੂੰ ਕਿ ਗੁਰਾਂ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਉਹ ਤੁਸੀਂ ਕਿਰਪਾ ਕਰਕੇ ਵਿਚਾਰ ਕਰਕੇ ਸਾਨੂੰ ਦੱਸੋ। ਰਾਮ ਕੋ ਅਰਸੋ ਸਕਲ ਉਚਾਰੀ, ਸੁੰਦਰ ਬਿਧ ਜੁਤ ਬਹੁ ਵਿਸਤਾਰੀ। ਭਾਈ ਸੰਤੋਖ ਸਿੰਘ ਨੇ ਦੱਸਿਆ ਸੰਗਤ ਨੂੰ ਕਿ ਜੋ ਇਹ ਮੈਂ ਕਥਾ ਤੁਹਾਨੂੰ ਸੁਣਾ ਰਿਹਾ ਜਾਂ ਲਿਖ ਰਿਹਾ, ਇਹ ਭਾਈ ਰਾਮ ਕੌਰ ਜੀ ਨਾਂ ਦੇ ਇੱਕ ਗੁਰਸਿੱਖ ਹੋਏ ਹਨ, ਜਿਨ੍ਹਾਂ ਨੇ ਸਾਰੀ ਦੀ ਸਾਰੀ ਕਥਾ ਦਸਮ ਪਾਤਸ਼ਾਹ ਦੇ ਸਮੇਂ ਹੋਇਆ ਇਹ, ਅਤੇ ਉਹਨਾਂ ਤੋਂ ਬਾਅਦ ਮਹਾਰਾਜ ਤੋਂ ਬਾਅਦ ਸਾਰੀ ਕਥਾ ਸੰਗਤ ਨੂੰ ਸੁਣਾਈ ਸੀ। ਅਤੇ ਗੁਰਸਿੱਖਾਂ ਵਿੱਚੋਂ ਭਾਈ ਸਾਹਿਬ ਸਿੰਘ ਨਾਂ ਦਾ ਇੱਕ ਗੁਰਸਿੱਖ ਹੋਇਆ, ਉਹਨੇ ਉਹ ਸਾਰੀ ਕਥਾ ਲਿਖੀ ਸੀ। ਉਹ ਕਥਾ ਦੀ ਪੋਥੀ ਭਾਈ ਸੰਤੋਖ ਸਿੰਘ ਹੋਣਾ ਕੋਲ ਪਹੁੰਚ ਗਈ। ਉਹ ਸਾਰਾ ਇਤਿਹਾਸ, ਲਗਭਗ ਜ਼ਿਆਦਾ ਇਤਿਹਾਸ ਕਵੀ ਸੰਤੋਖ ਸਿੰਘ ਨੇ ਉਹ ਪੋਥੀ 'ਚੋਂ ਲਿਆ, ਅਤੇ ਕੁਝ ਇਤਿਹਾਸ ਪੁਰਾਤਨ ਜਨਮ ਸਾਖੀਆਂ ਤੋਂ ਭਾਈ ਸੰਤੋਖ ਸਿੰਘ ਨੇ ਲਿਆ, ਗੁਰਬਿਲਾਸਾਂ ਤੋਂ ਲਿਆ, 100 ਸਾਖੀ ਤੋਂ ਲਿਆ, ਗੁਰਸਾਖੀ ਤੋਂ ਲਿਆ, 500 ਸਾਖੀ ਤੋਂ ਲਿਆ, ਔਰ ਰਹਿਤਨਾਮਿਆਂ 'ਚੋਂ ਬਚਨ ਲਏ ਕਵੀ ਸੰਤੋਖ ਸਿੰਘ ਜੀ ਹੋਣਾ ਨੇ। ਅਤੇ ਭੱਟਵਈਆਂ ਨੂੰ ਵੀ ਜਾਣਿਆ, ਬਜ਼ੁਰਗ ਜਿਹੜੇ ਸਨ ਉਹਨਾਂ ਤੋਂ ਵੀ ਹਾਲਾਤ ਸੁਣੇ, ਅਸਥਾਨਾਂ 'ਤੇ ਜਾ ਜਾ ਕੇ ਉਹਨਾਂ ਸਥਾਨਾਂ ਨੂੰ ਦਰਸ਼ਨ ਕੀਤਾ, ਵੇਖਿਆ, ਅਤੇ ਗੁਰਾਂ ਨੇ ਉਹਨਾਂ ਉੱਤੇ ਬੜੀ ਮਿਹਰ ਕੀਤੀ ਸੀ, ਬ੍ਰਹਮ ਗਿਆਨ ਦੀ ਦਾਤ ਦਿੱਤੀ ਸੀ। ਜਿਹੜੀ ਗੱਲ ਨਹੀਂ ਸੀ ਸਮਝ ਲੱਗਦੀ, ਬੇਨਤੀ ਕਰਦੇ ਸਨ, ਮਹਾਰਾਜ ਪ੍ਰਤੱਖ ਦਿਖਾ ਵੀ ਦਿੰਦੇ ਸਨ। ਇੰਨੀ ਮਿਹਨਤ ਕਰਕੇ ਇਤਿਹਾਸ ਲਿਖਿਆ ਗਿਆ। ਇਹਦਾ ਮੁੱਢ ਪਹਿਲਾਂ ਭਾਈ ਬਾਲੇ ਦੀ ਜਨਮ ਸਾਖੀ ਤੋਂ ਵੱਜਦਾ ਹੈ, ਜੋ ਭਾਈ ਬਾਲੇ ਨੇ ਗੁਰੂ ਅੰਗਦ ਦੇਵ ਨੂੰ ਸਾਖੀ ਗੁਰੂ ਨਾਨਕ ਦੇਵ ਜੀ ਦੀ ਸੁਣਾਈ, ਪੈੜੇ ਮੁਖੇ ਤੋਂ ਲਿਖਵਾਈ। ਉਹ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੀ ਹੈ ਜਨਮ ਸਾਖੀ।
ਅਤੇ ਬਾਕੀ ਦੇ ਗੁਰੂ ਸਾਹਿਬਾਨਾਂ ਦਾ ਜੀਵਨ ਦੀਆਂ ਸਾਖੀਆਂ ਹਨ ਜਿਹੜੀਆਂ, ਉਹ ਜੋ ਸਰੋਤਾਂ ਬਾਰੇ ਮੈਂ ਤੁਹਾਨੂੰ ਦੱਸਿਆ ਉਹਨਾਂ ਤੋਂ ਕਵੀ ਜੀ ਨੇ ਲਿਆ। ਮੇਨ ਜਿਹੜੇ ਭਾਈ ਰਾਮ ਕੁਇਰ ਜੀ ਨਾਂ ਦੇ ਸਿੱਖ ਹੋਏ, ਜਿਨ੍ਹਾਂ ਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ, ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਹੋ ਗਿਆ ਸੀ, ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ 7ਵੀਂ ਥਾਂ 'ਤੇ ਸਨ। ਇਹ ਬ੍ਰਹਮ ਗਿਆਨੀ ਸਨ। ਇਹਨਾਂ ਨੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਦਿੱਤਾ ਸੀ। ਇਹ ਮਹਾਰਾਜ ਦੇ ਬੜੇ ਪਿਆਰੇ ਸਨ ਅਤੇ ਮਹਾਰਾਜ ਦੇ ਹਮ ਉਮਰ ਸਨ। ਗੁਰੂ ਕਲਗੀਧਰ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹਿੰਦੇ ਸਨ। ਇਹ ਉਹਨਾਂ ਨੇ ਸੰਗਤ ਨੂੰ ਇਹ ਸਾਰੀ ਕਥਾ ਸੁਣਾਈ ਸੀ ਅਤੇ ਉਹ ਬਾਅਦ ਵਿੱਚ ਲਿਖੀ ਵੀ ਗਈ ਉਹਨਾਂ ਦੇ ਨਾਲ ਹੁੰਦਿਆਂ ਹੁੰਦਿਆਂ। ਕਵੀ ਜੀ ਦੱਸਦੇ ਨੇ, ਮੈਂ ਤੁਹਾਨੂੰ ਦੱਸਦਾ ਕਿ ਭਾਈ ਰਾਮ ਕੁਇਰ ਜੀ ਦਾ ਕਿੱਦਾਂ ਦਾ ਜੀਵਨ ਸੀ। ਤਿਸ ਪ੍ਰਸੰਗ ਤੇ ਸਿੱਖਣ ਕਥਾ ਜਥਾ ਉਦੀ ਗਨ ਬਰਨੀ ਤਥਾ। ਉਹ ਪ੍ਰਸੰਗ ਕਹਿੰਦੇ ਮੈਂ ਦੱਸ ਕੇ ਭਾਈ ਰਾਮ ਕੁਇਰ ਜੀ ਦਾ ਫਿਰ ਤੁਹਾਨੂੰ ਅੱਗੇ ਸਾਰੀ ਕਥਾ ਦੱਸਾਂਗਾ। ਹਾਂਜੀ। ਸਭ ਸਿੰਘਨ ਕੋ ਅਦਕ ਰਿਝਾਵਾ ਉਰ ਸੰਬੂਹਨ ਚਾਵ ਵਧਾਵਾ। ਭਾਈ ਰਾਮ ਕੁਇਰ ਜੀ ਨੇ ਸਾਰੇ ਸਿੰਘਾਂ ਨੂੰ ਬੜਾ ਖੁਸ਼ ਕੀਤਾ। ਸਿੰਘਾਂ ਦੇ ਹਿਰਦੇ ਵਿੱਚ ਬੜਾ ਪ੍ਰੇਮ ਚਾਅ ਵਧਿਆ ਗੁਰੂ ਜੀ ਦੀ ਸਿੱਖੀ ਅਤੇ ਸਾਖੀ ਸੁਣਨ ਦਾ। ਕਥਾ ਸੁਣਨ ਪਰ ਮਨ ਰੁਚ ਜਾਗੀ ਗੁਰਪਗ ਪੰਕਜ ਕੇ ਅਨੁਰਾਗੀ। ਸੰਗਤਾਂ ਦੇ ਗੁਰਸਿੱਖਾਂ ਦੇ ਮਨ 'ਚ ਕਥਾ ਸੁਣਨ ਦਾ ਬੜਾ ਚਾਅ ਕਿ ਮਹਾਰਾਜ ਦੀ ਕੋਈ ਕਥਾ ਸੁਣਾਵੇ। ਸਵਨ ਸੁਜਸ ਕੋ ਵਰਣਨ ਕੀਨਾ ਰਾਮ ਕੁਇਰ ਸਰਬੱਗੇ ਪ੍ਰਬੀਨਾ। ਸਾਰਿਆਂ ਨੇ ਭਾਈ ਰਾਮ ਕੁਇਰ ਜੀ ਨੂੰ ਬੇਨਤੀ ਕੀਤੀ ਜਦੋਂ ਗੁਰੂ ਕਲਗੀਧਰ ਜੀ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਕਿ ਗੁਰਾਂ ਦਾ ਇਤਿਹਾਸ ਕੋਈ ਸੁਣਾਵੇ। ਕੌਣ ਸੁਣਾਵੇ? ਉਹੀ ਸੁਣਾ ਸਕਦਾ ਜਿਹੜਾ ਮਹਾਰਾਜ ਦਾ ਬਖਸ਼ਿਆ ਹੋਇਆ ਹੋਵੇ, ਮਹਾਰਾਜ ਦੇ ਨਾਲ ਹੋ ਰਹਿੰਦਾ ਹੋਵੇ। ਇਹ ਤਾਂ ਭਾਈ ਰਾਮ ਕੁਇਰ ਜੀ ਹੀ ਸਨ। ਭੂਤ ਭਵਿੱਖਤ ਕੇਰ ਬ੍ਰਿਤਾਂਤ ਹਸਤਾ ਮਲ ਸਮ ਜਿਸ ਉਰ ਗਿਆਤ। ਕਿਉਂਕਿ ਭਾਈ ਰਾਮ ਕੁਇਰ ਜੀ ਐਸੇ ਤਤਵੇਤੇ ਨੇ, ਜਿਹੜੇ ਅੰਤਰਜਾਮੀ ਬ੍ਰਹਮ ਗਿਆਨੀ ਨੇ, ਜਿਨ੍ਹਾਂ ਦੇ ਹੱਥ ਦੀ ਹਥੇਲੀ 'ਤੇ ਸਾਰੀ ਦੁਨੀਆ ਦੀ ਸਮਝ ਗਿਆਨ ਜਾਣਕਾਰੀ ਪਈ ਹੈ। ਜੋ ਚਾਹਣ ਤੇ ਵਰਤਮਾਨ ਸਮੇਂ ਵਿੱਚ ਕਿੱਥੇ ਕੀ ਹੋ ਰਿਹਾ ਉਹ ਵੀ ਵੇਖ ਸਕਦੇ ਆ, ਪਹਿਲਾਂ ਕੀ ਹੋਇਆ ਉਹ ਵੀ ਜਾਣ ਸਕਦੇ ਆ, ਅਤੇ ਅੱਗੇ ਨੂੰ ਕੀ ਹੋਏਗਾ ਉਹਦਾ ਵੀ ਅਨੁਮਾਨ ਲਾਉਣ ਵਾਲੇ ਹਨ। ਐਸੇ ਭਾਈ ਰਾਮ ਕੁਇਰ ਜੀ ਦੇ ਕੋਲੋਂ ਇਤਿਹਾਸ ਸੁਣਨ ਦੀ ਸੰਗਤਾਂ ਦੀ ਰੁਚੀ ਹੋਈ। ਕਥਾ ਸੁਨਾਏ ਆਨੰਦ ਪਿਲੰਦੇ ਬ੍ਰਿਧ ਕੋ ਬੰਸ ਉਦਧ ਤੁਮ ਚੰਦੇ। ਸੰਗਤਾਂ ਨੇ ਭਾਈ ਰਾਮ ਕੁਇਰ ਜੀ ਨੂੰ, ਜਿਹੜੀ ਭਾਈ ਗੁਰਬਖਸ਼ ਸਿੰਘ ਜੋ ਅੰਮ੍ਰਿਤ ਛਕ ਕੇ ਬਣੇ, ਇਹਨਾਂ ਨੂੰ ਬੇਨਤੀ ਕੀਤੀ ਤੁਸੀਂ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ, ਉਹਨਾਂ ਦੀ ਵੰਸ਼ ਦਾ ਪ੍ਰਕਾਸ਼ ਕਰਨ ਵਾਲੇ ਹੋ, ਸ਼ੋਭਾਦਾਇਕ ਹੋ, ਤੁਸੀਂ ਕਥਾ ਸੁਣਾਓ ਜੀ। ਜਾਤ ਅਖੇਰ ਨਿਤਾਬ੍ਰਤ ਬਾਹਰ ਦਰਸੋ ਨਿਤ ਕਲਗੀਧਰ ਜ਼ਾਹਰ। ਕਿਉਂਕਿ ਇਹਨਾਂ ਬਾਰੇ ਦੱਸ ਰਹੇ ਆ, ਇਹ ਗੁਰੂ ਕਲਗੀਧਰ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਦੇ ਹੁੰਦੇ ਸਨ। ਮਹਾਰਾਜ ਦੇ ਜਾਣ ਤੋਂ ਬਾਅਦ ਵੀ ਧਿਆਨ ਦੇਣਾ, ਹਜ਼ੂਰ ਸਾਹਿਬ ਸੱਚਖੰਡ ਜਾਣ ਤੋਂ ਬਾਅਦ ਵੀ ਗੁਰੂ ਕਲਗੀਧਰ ਦੇ ਇਹਨਾਂ ਨੂੰ ਦਰਸ਼ਨ ਹੁੰਦੇ ਰਹੇ। ਉਹ ਕਿਵੇਂ? ਇਹਨਾਂ ਨੂੰ ਮਹਾਰਾਜ ਨੇ ਵਚਨ ਕੀਤਾ ਸੀ ਕਿ ਜਦੋਂ ਵੀ ਤੁਸੀਂ ਜੰਗਲ ਵੱਲ ਘੋੜਾ ਲੈ ਕੇ ਜਾਓਗੇ ਸ਼ਿਕਾਰ ਦੇ ਬਹਾਨੇ, ਸਾਡੀ ਤੁਹਾਨੂੰ ਰੋਜ਼ ਝਲਕ ਮਿਲਿਆ ਕਰੇਗੀ ਅਤੇ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ, ਮਿਲਾਪ ਹੋਇਆ ਕਰੇਗਾ। ਇਉਂ ਭਾਈ ਰਾਮ ਕੁਇਰ ਜੀ ਬਾਰੇ ਸਭ ਨੂੰ ਪਤਾ ਸੀ ਇਸ ਗੱਲ ਦਾ। ਅਵਚਲ ਨਗਰ ਜਾਤ ਗੁਰ ਕਹਿਓ ਸੰਗ ਨ ਤਿਆਗਤ ਜਬ ਚਿਤ ਲਹਿਓ। ਕਿਉਂਕਿ ਜਦੋਂ ਭਾਈ ਰਾਮ ਕੁਇਰ ਜੀ ਨੂੰ ਗੁਰੂ ਜੀ ਨੇ ਆਖਿਆ ਸੀ, ਭਾਈ ਰਾਮ ਕੁਇਰ ਜੀ ਜਦੋਂ ਮਹਾਰਾਜ ਨੰਦੇੜ ਨੂੰ ਗਏ ਸਨ ਨਾ, ਦੱਖਣ ਵੱਲ ਹਜ਼ੂਰ ਸਾਹਿਬ ਵੱਲ, ਮਹਾਰਾਜ ਨੇ ਆਖਿਆ ਸੀ ਰਾਮ ਕੁਇਰ ਜੀ ਤੁਸੀਂ ਵਾਪਸ ਚਲੇ ਜਾਓ, ਤੁਸੀਂ ਨਾਲ ਨਾ ਜਾਓ ਸਾਡੇ। ਉਦੋਂ ਇਹ ਕਹਿੰਦੇ ਮਹਾਰਾਜ ਮੇਰਾ ਤਾਂ ਪਰਨ ਹੈ, ਤੁਹਾਡੇ ਦਰਸ਼ਨਾਂ ਬਿਨਾਂ ਮੈਂ ਕੁਝ ਖਾਣਾ ਪੀਣਾ ਨਹੀਂ, ਕੁਝ ਖਾਂਦਾ ਨਹੀਂ, ਕੁਝ ਛਕਦਾ ਨਹੀਂ, ਪੂਰੀ ਜ਼ਿੰਦਗੀ ਦਾ ਮੈਂ ਇਹ ਪਰਨ ਕੀਤਾ ਹੋਇਆ। ਅਤੇ ਜਦੋਂ ਮਹਾਰਾਜ ਨੇ ਬਹੁਤ ਕਿਹਾ ਪਰ ਇਹ ਮਹਾਰਾਜ ਦੇ ਪਿੱਛੋਂ ਨਾ ਹਟਿਆ ਜਾਣੋ। ਹਮਰੇ ਦਰਸ਼ਨ ਕੋ ਨਿਤ ਚਾਹਤ ਇਸ ਹਿਤ ਚਲਵੇ ਸਾਥ ਕੁਮਾਹਤ। ਮਹਾਰਾਜ ਨੇ ਦੇਖਿਆ ਵੀ ਸਾਡੇ ਦਰਸ਼ਨਾਂ ਦੀ ਰੋਜ਼ ਦੀ ਚਾਹਨਾ ਇਹਨੂੰ,
ਇਸ ਕਰਕੇ ਸਾਡੇ ਨਾਲ ਜਾ ਰਿਹਾ ਹੈ। ਯਾਤੇ ਤੋਰ ਮਨੋਰਥ ਜੋਈ ਸਦਨ ਬਸੋ ਪੂਰ ਹੈ ਹਮ ਸੋਈ। ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਆਖਿਆ ਸੀ ਜਾਂਦੇ ਹੋਏ ਹਜੂਰ ਸਾਹਿਬ ਜਾਣ ਲੱਗਿਆਂ, ਕਹਿੰਦੇ ਤੂੰ ਆਪਣੇ ਪਿੰਡ ਨਗਰ ਰਮਦਾਸ ਰਹਿ ਚਲਾ ਜਾ, ਆਪਣੇ ਪਰਿਵਾਰ ਵਿੱਚ ਰਹੋ, ਤੇ ਤੈਨੂੰ ਤੇਰੀ ਜਿਹੜੀ ਦਰਸ਼ਨਾਂ ਦੀ ਇੱਛਾ ਨਾ ਉਹ ਅਸੀਂ ਤੇਰੇ ਪਿੰਡ ਵਿੱਚ ਰਹਿੰਦੇ ਹੀ ਤੇਰੀ ਪੂਰੀ ਕਰੀ ਜਾਵਾਂਗੇ। ਵਹਰ ਅਖੇਰ ਜਡੋਤ ਹੈ ਦਰਸੋ ਜਥਾ ਸੰਗ ਤੈਸੇ ਇਤ ਪਰਸੋ। ਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤਾ ਸੀ ਰਾਮ ਕੌਰ ਜੀ ਨੂੰ ਕਿ ਜਦੋਂ ਵੀ ਤੁਸੀਂ ਰੋਜ਼ ਸ਼ਿਕਾਰ ਦੇ ਬਹਾਨੇ ਘੋੜੇ ਤੇ ਚੜ੍ਹ ਕੇ ਸ਼ਹਿਰ ਦੇ ਬਹਾਨੇ ਜੰਗਲ 'ਚ ਜਾਓਗੇ ਨਾ, ਜੰਗਲ ਦੇ ਵਿੱਚ ਰੋਜ਼ ਮੇਰੇ ਦਰਸ਼ਨ ਤੁਹਾਨੂੰ ਹੋਣਗੇ, ਮੈਂ ਤੁਹਾਨੂੰ ਮਿਲਾਂਗਾ। ਜਾਓ, ਤੁਹਾਡੇ ਨਾਲ ਮੇਰਾ ਬਚਨ ਹੋਇਆ ਹੈ। ਯਾਤੇ ਤੁਮ ਕੋ ਦਰਸ਼ਨ ਦੇਤ ਸ੍ਰੀ ਗੋਬਿੰਦ ਸਿੰਘ ਗਿਆਨ ਨਿਕੇਤ। ਸੰਗਤਾਂ ਨੇ ਬੇਨਤੀ ਕੀਤੀ ਭਾਈ ਰਾਮ ਕੌਰ ਜੀ ਨੂੰ ਕਿ ਤੁਸੀਂ ਤੇ ਹੁਣ ਵੀ ਮਹਾਰਾਜ ਦੇ ਰੋਜ਼ ਦਰਸ਼ਨ ਕਰਦੇ ਹੋ, ਗੁਰੂ ਕਲਗੀਧਰ ਜੀ ਦੇ ਗਿਆਨ ਦੇ ਸਾਗਰ ਹੋ। ਸਿੰਘ ਤੁਮਾਰੋ ਦਰਸ਼ਨ ਕਰਹੀ ਜਨਮ ਸਕਾਰਥ ਕੇ ਅਨਸਰਹੀ। ਤੁਸੀਂ ਗੁਰੂ ਜੀ ਦਾ ਦਰਸ਼ਨ ਕਰਦੇ ਹੋ, ਸੰਗਤ ਅਤੇ ਸਿੰਘ ਤੁਹਾਡੇ ਦਰਸ਼ਨ ਕਰਦੇ ਆ। ਜਿਹੜਾ ਵੀ ਤੁਹਾਡੇ ਦਰਸ਼ਨ ਕਰਦਾ ਹੈ ਉਹਦਾ ਜਨਮ ਸਫਲਾ ਹੁੰਦਾ ਹੈ। ਦੂਸਰ ਗੁਣ ਤੁਮ ਕਥਾ ਸੁਣਾਵੋ ਸਤਿਗੁਰ ਗੁਣ ਗਨ ਬਰਨ ਰਿਝਾਵੋ। ਪਹਿਲਾ ਗੁਣ ਤੇ ਤੁਹਾਡਾ ਤੁਸੀਂ ਗੁਰੂ ਦੇ ਪਿਆਰੇ, ਗੁਰੂ ਦੇ ਦੀਦਾਰੇ ਰੋਜ਼ ਕਰਨ ਵਾਲੇ ਹੋ। ਦੂਜਾ ਤੁਸੀਂ ਗੁਰੂ ਦੀ ਕਥਾ ਸੁਣਾਉਣ ਵਾਲੇ ਹੋ। ਤੁਮ ਹੋ ਧੰਨ ਸਦਾ ਜੁਗ ਲੋਕ ਹਮ ਵੀ ਧੰਨ ਜੇ ਦਰਸ ਬਿਲੋਕ। ਸੰਗਤਾਂ ਨੇ ਆਖਿਆ ਭਾਈ ਰਾਮ ਕੌਰ ਜੀ ਤੁਸੀਂ ਵੀ ਧੰਨ ਹੋ, ਦੋਵੇਂ ਲੋਕਾਂ ਵਿੱਚ ਤੁਹਾਡੀ ਜੈ ਜੈਕਾਰ ਹੈ, ਤੇ ਕੁਝ ਅਸੀਂ ਵੀ ਧੰਨ ਹਾਂ ਜੋ ਤੁਹਾਡੇ ਦਰਸ਼ਨ ਕਰਦੇ ਹਾਂ, ਤੁਹਾਡੇ ਬਚਨ ਸੁਣਦੇ ਹਾਂ। ਇਹ ਰਾਵਰ ਕੋ ਬੜ ਉਪਕਾਰਾ ਕਥਾ ਸੁਣਾਈ ਕਰ ਵਿਸਤਾਰਾ। ਭਾਈ ਰਾਮ ਕੌਰ ਜੀ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੈ। ਤੁਸੀਂ ਪੰਚਮ ਪਾਤਸ਼ਾਹ ਤੱਕ ਇਤਿਹਾਸ ਸਾਨੂੰ ਸੁਣਾ ਦਿੱਤਾ, ਇਹ ਤੁਹਾਡਾ ਵੱਡਾ ਪਰਉਪਕਾਰ ਹੈ। ਅਬ ਆਗਲ ਇਤਿਹਾਸ ਬਖਾਨੋ ਹਰ ਗੋਬਿੰਦ ਜਿਮ ਉਤਸਵ ਠਾਨੋ। ਹੁਣ ਥੋੜਾ ਜਿਹਾ ਅੱਗੇ ਦੱਸੋ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਇਤਿਹਾਸ, ਉਹਨਾਂ ਦੇ ਵਿਆਹ ਸ਼ਾਦੀ ਦਾ ਇਤਿਹਾਸ, ਉਹ ਸਾਨੂੰ ਦੱਸੋ ਜੀ। ਸ੍ਰੀ ਅਰਜਨ ਜਿਮ ਕੀਨ ਚਲਾਨੋ ਕਰ ਚੰਦੂ ਕੋ ਚਲਨ ਬਹਾਨੋ। ਗੁਰੂ ਅਰਜਨ ਦੇਵ ਜੀ ਕਿਵੇਂ ਸੱਚਖੰਡ ਗਏ, ਸ਼ਹਾਦਤ ਪ੍ਰਾਪਤ ਕੀਤੀ, ਤੇ ਚੰਦੂ ਦਾ ਜਿਹੜਾ ਬਹਾਨਾ ਬਣਿਆ, ਕਾਰਨ ਬਣਿਆ, ਉਹ ਸਾਰਾ ਦੱਸੋ ਜੀ। ਸਕਲ ਕਥਾ ਵਿਸਥਾਰ ਸੁਣਾਵੋ ਹਮੈ ਨਿਹਾਲ ਕਰੋ ਹਰ ਖਾਵੋ। ਉਹ ਸਾਰੀ ਕਥਾ ਤੁਸੀਂ ਵਿਸਥਾਰ ਨਾਲ ਦੱਸੋ, ਸਾਨੂੰ ਨਿਹਾਲ ਕਰੋ। ਗੁਰੂ ਅਰਜਨ ਦੇਵ ਜੀ ਦਾ ਸਾਰਾ ਇਤਿਹਾਸ ਸੁਣਾਓ ਜੀ। ਹਿਮ ਸਿੰਘਨ ਕੀ ਸੁਣ ਕਰ ਬਿਨੈ ਰਾਮ ਕੋ ਅਰਗਨ ਆਨੰਦ ਸਨੈ। ਜਦੋਂ ਇਉਂ ਸਿੰਘਾਂ ਨੇ ਬੇਨਤੀ ਕੀਤੀ ਭਾਈ ਜੀ ਸਾਨੂੰ ਜ਼ਰੂਰ ਗੁਰਾਂ ਦਾ ਇਤਿਹਾਸ ਸੁਣਾਓ, ਤੇ ਭਾਈ ਰਾਮ ਕੌਰ ਜੀ ਨੇ ਫਿਰ ਗੁਰਾਂ ਦੇ ਗੁਣ ਸਨ ਜਿਹੜੇ, ਗੁਰਾਂ ਦੇ ਜੀਵਨ ਦੀ ਇਤਿਹਾਸ ਦੀ ਕਥਾ ਸੁਣਾਣੀ ਸ਼ੁਰੂ ਜੋ ਕੀਤੀ। ਸਰੋਤਨ ਕੋ ਬਹੁ ਭਾਂਤ ਸਰਾਹਿਓ ਜਿਨ ਬਹੁ ਸਿੱਖੀ ਧਰਮ ਨਿਭਾਹਿਓ। ਭਾਈ ਸਾਹਿਬ ਨੇ ਸਰੋਤਿਆਂ ਦਾ ਵੀ ਜਣੀ ਮਾਣ ਕੀਤਾ, ਉਹਨਾਂ ਦੀ ਵੀ ਬੜੀ ਸਿਫਤ ਸਲਾਹੁਤਾ ਕੀਤੀ ਕਿ ਭਾਈ ਤੁਸੀਂ ਧੰਨੋ ਗੁਰਸਿੱਖੋ ਜੋ ਗੁਰਾਂ ਦੀ ਕਥਾ ਸੁਣਨ ਲਈ ਸਮਾਂ ਕੱਢਦੇ ਹੋ, ਤੁਹਾਡਾ ਜੀਵਨ ਸਫਲ ਹੋ ਜਾਏਗਾ। ਮਾਣ ਵੱਡਾ ਹੈ ਤੁਹਾਡਾ, ਚੰਗੇ ਜੀਵਨ ਵਾਲੇ, ਉੱਚੇ ਜੀਵਨ ਵਾਲੇ ਹੋ। ਜਨਮ ਸਫਲ ਆਪਨੋ ਕਰ ਲੀਨਸ ਕਥਾ ਸੁਣਨ ਪਰ ਚਿਤ ਹਿਤ ਦੀਨਸ। ਬਈ ਤੁਹਾਡਾ ਤੇ ਜਨਮ ਸਫਲਾ ਹੋ ਗਿਆ। ਜਿਹੜੇ ਗੁਰਮੁਖਾਂ ਦਾ ਗੁਰਾਂ ਦੀ ਕਥਾ ਸੁਣਨ ਨੂੰ ਦਿਲ ਕਰਦਾ ਹੈ ਉਹਨਾਂ ਦਾ ਜੀਵਨ ਸਫਲ ਹੀ ਹੋਇਆ। ਤੁਮਰੇ ਉਰ ਕੋ ਨਿਸ਼ਚਾ ਹੇਰੇ ਅਧਕ ਆਨੰਦ ਉਮਗਤੋ ਮੇਰੇ। ਭਾਈ ਰਾਮ ਕੌਰ ਜੀ ਨੇ ਸਮਝਾਇਆ ਸੰਗਤ ਨੂੰ, ਸੰਗਤ ਜੀ ਤੁਸੀਂ ਤੇ ਮੇਰੇ ਕੋਲ ਗੁਰੂ ਦੀ ਕਥਾ ਸੁਣਨ ਆਉਂਦੇ ਹੋ, ਪਰ ਮੈਂ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਚਾਅ ਚੜ੍ਹਦਾ ਹੈ, ਬੜੀ ਖੁਸ਼ੀ ਹੁੰਦੀ ਹੈ। ਰੁਚ ਅਨੁਸਾਰ ਕਹੋ ਇਤਿਹਾਸਾ ਸਰਬ ਖਾਲਸਾ ਸ਼ੁਭ ਸਭ ਪਾਸਾ। ਤੇ ਮੈਂ ਇਹ ਸਾਰੀ ਕਥਾ ਬੜੇ ਪ੍ਰੇਮ ਨਾਲ ਤੁਹਾਨੂੰ ਸੁਣਾਉਂਦਾ ਹਾਂ, ਗੁਰੂ ਕੇ ਖਾਲਸੇ ਨੂੰ, ਪੰਥ ਨੂੰ, ਤਾਂ ਕਿ ਇਹ ਗੁਰੂ ਕੀ ਸ਼ੁਭ ਕਥਾ
ਅੱਗੇ ਪੰਥ ਕੋਲ ਚਲੀ ਜਾਵੇ। ਸ੍ਰੀ ਅਰਜਨ ਕੋ ਸੁਣੋ ਚਲਾਨਾ, ਪੁਨ ਸ੍ਰੀ ਹਰਿ ਗੋਬਿੰਦ ਅਖਿਆਨਾ। ਭਾਈ ਗੁਰਸਿੱਖੋ, ਜੇ ਤੁਸੀਂ ਕਹਿੰਦੇ ਹੋ ਮੈਂ ਅੱਗੇ ਹੋਰ ਸੁਣਾਵਾਂ, ਕਹਿੰਦੇ ਮੈਂ ਤੁਹਾਨੂੰ ਸੁਣਾਉਣਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਾਉਣਾ ਹਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਜੀਵਨ ਬਿਰਤਾਂਤ ਜੋ ਕੁਝ ਹੋਇਆ ਉਹ ਤੁਹਾਨੂੰ ਸੁਣਾਉਂਦਾ ਹਾਂ। ਪੂਰਬ ਵਿਆਹ ਹੋਣ ਕੀ ਕਥਾ, ਵਰਣਨ ਕਰੋ ਭਈ ਵਿਦ ਜਥਾ। ਗੁਰੂ ਜੀ ਦੇ ਵਿਆਹ ਦੀ ਵੀ ਮੈਂ ਤੁਹਾਨੂੰ ਦੱਸਦਾ ਜਿਵੇਂ ਹੋਈ। ਉਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਤਾਂ ਕਹਿੰਦੇ ਮੈਂ ਪਿੱਛੇ ਤੁਹਾਨੂੰ ਦੱਸਿਆ ਆਇਆ ਕਿਵੇਂ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਦੇ ਮਿਹਣਾ ਮਾਰਨ ਦੇ ਉੱਤੇ ਕਿ ਇਹਨਾਂ ਦੇ ਘਰ ਕਿਹੜਾ ਕੋਈ ਬੱਚਾ ਵੰਸ਼ ਹੈ, ਇਹ ਸਾਰਾ ਕੁਝ ਸਾਡਾ ਹੀ ਹੋਏਗਾ। ਕਿਵੇਂ ਫਿਰ ਜਾ ਕੇ ਬਾਬਾ ਬੁੱਢਾ ਜੀ ਤੋਂ ਬੇਨਤੀ ਕਰਵਾਈ ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟਿਓ ਪੂਤ ਭਗਤ ਗੋਬਿੰਦ ਕਾ ਵਾਲਾ ਸ਼ਬਦ ਉਚਾਰਨ ਕੀਤਾ ਅਤੇ ਕਿਵੇਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅਤੇ ਕਿਵੇਂ ਕਿਵੇਂ ਪ੍ਰਿਥੀ ਚੰਦ ਨੇ ਉਹਨਾਂ 'ਤੇ ਹਮਲੇ ਕਰਵਾਏ, ਉਹ ਤਾਂ ਸਾਰਾ ਤੁਸੀਂ ਸੁਣ ਚੁੱਕੇ ਹੋ। ਤੁਰਕੇ ਸੁਰਕੇ ਸੰਗ ਮਿਲਾਪਨ, ਚੰਦੂ ਪਾਪੀ ਕੋ ਪੁਨ ਖਾਪਨ। ਕਿਵੇਂ ਤੁਰਕਾਂ ਦਾ ਨਾਸ਼ ਕੀਤਾ, ਚੰਦੂ ਨੂੰ ਕਿਵੇਂ ਮਾਰਿਆ। ਦਿੱਲੀ ਪਤ ਕੇ ਰਹਿਬੋ ਸੰਗ, ਬਿਗੜ ਪਰੇ ਤਬ ਝੂਟੇ ਜੰਗ। ਦਿੱਲੀ ਦਾ ਬਾਦਸ਼ਾਹ ਜਹਾਂਗੀਰ ਆਖਰ ਕਿਵੇਂ ਗੁਰਾਂ ਦੀ ਸੋਭਤ ਨੂੰ ਸੁਣ ਕੇ ਗੁਰਾਂ ਦਾ ਮੁਰੀਦ ਬਣਿਆ, ਕਿਵੇਂ ਮਹਾਰਾਜ ਦੇ ਦਰਸ਼ਨਾਂ ਦੀ ਚਾਹਨਾ ਇਸ ਨੂੰ ਬਣੀ, ਉਹ ਵੀ ਮੈਂ ਦੱਸਾਂਗਾ। ਅਤੇ ਜਦੋਂ ਫਿਰ ਬਾਅਦ ਵਿੱਚ ਜਹਾਂਗੀਰ ਤੋਂ ਬਾਅਦ ਥੋੜ੍ਹਾ ਜਿਹਾ ਵਿਗਾੜ ਰਿਹਾ ਸ਼ਾਹਜਹਾਂ ਇਤਿਆਦਿਕ ਦਾ, ਜੰਗ ਵੀ ਹੋਏ, ਉਹ ਵੀ ਤੁਹਾਨੂੰ ਦੱਸਾਂਗਾ। ਸੈਨਾ ਤੁਰਕਨ ਕੀ ਗਨ ਘਾਈ, ਬਚੇ ਸੂਰ ਸੇ ਗਏ ਪਲਾਈ। ਕਿਵੇਂ ਤੁਰਕਾਂ ਦੀ ਸੈਨਾ ਦਾ ਨਾਸ਼ ਕੀਤਾ, ਜਿਹੜੇ ਸੂਰਮੇ ਬੱਚੇ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੰਡੇ ਤੋਂ ਭੱਜੇ ਡਰ ਕੇ, ਉਹਨਾਂ ਦੀ ਤੇਗ ਜਦੋਂ ਵਰੀ ਅਤੇ ਕਿਵੇਂ ਸੂਰਮਿਆਂ ਨੇ ਜੰਗ ਜਿੱਤੇ। ਦੇਸ਼ ਮਾਲਵੇ ਮਹਿ ਗੁਰ ਗਏ, ਅਨਕ ਬਿਲਾਸ ਕਰਤ ਤਹ ਭਏ। ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦਾ ਮਾਲਵੇ ਦਾ ਰਟਣ ਉਹ ਵੀ ਤੁਹਾਨੂੰ ਸੁਣਾਵਾਂਗੇ, ਕਿਵੇਂ ਕਿਵੇਂ ਉਹਨਾਂ ਸੰਗਤਾਂ ਨੂੰ ਤਾਰਿਆ, ਉਹ ਸਾਰੇ ਪ੍ਰਸੰਗ ਸੁਣਿਓ ਜੀ। ਇਤਿਆਦਕ ਸਤਿਗੁਰ ਕੀ ਕਥਾ, ਭਈ ਜਥਾ ਮੈਂ ਵਰਨਉ ਤਥਾ। ਇਸ ਤਰੀਕੇ ਜਿੱਦਾਂ ਦੀ ਗੁਰਾਂ ਦੀ ਕਥਾ ਸਾਰੀ ਕਹਿੰਦੇ ਮੈਂ ਤੁਹਾਨੂੰ ਦੱਸਾਂਗਾ। ਮਹਾ ਮਹਾਤਮ ਸੁਨਬੇ ਕੇਰਾ, ਸ਼ਰਧਾ ਸਹਤ ਨਾ ਹੋਏ ਜਗ ਫੇਰਾ। ਕਹਿੰਦੇ ਗੁਰਾਂ ਦੀ ਕਥਾ ਦਾ ਬਹੁਤ ਵੱਡਾ ਮਹੱਤਮ ਹੈ, ਜੇ ਕੋਈ ਸ਼ਰਧਾ ਨਾਲ ਸੁਣੇਗਾ ਨਾ ਉਹਦਾ ਜਗਤ ਵਿੱਚ ਮੁੜ ਫੇਰਾ ਨਹੀਂ ਹੋਏਗਾ, ਯਾਨੀ ਜਨਮ ਮਰਨ ਨਹੀਂ ਹੋਏਗਾ। ਸਤਿਗੁਰ ਕੋ ਪਦ ਪੰਕਜ ਪ੍ਰੇਮੋ, ਵਧਹਿ ਦੇਤ ਜੋ ਜੋਗ ਸੋ ਛੇਮੋ। ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਪਦਵੀ ਹੈ ਨਾ, ਜਾਂ ਜਿਹੜਾ ਬੰਦਾ ਵੀ ਉਹਨਾਂ ਦੇ ਪਦ ਚਰਨਾਂ ਦੇ ਪੰਕਜ ਕਮਲਾਂ ਦਾ ਪ੍ਰੇਮੀ ਹੋਏਗਾ, ਚਰਨ ਕਮਲਾਂ ਦਾ ਪ੍ਰੇਮੀ ਬਣ ਜਾਏਗਾ, ਕਹਿੰਦੇ ਉਹਦਾ ਪ੍ਰੇਮ ਵਧੇਗਾ ਉਹ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਰਾਜ ਯੋਗ ਬਖਸ਼ਿਸ਼ ਕਰ ਦੇਣਗੇ। ਔਰ ਇਉਂ ਕਹਿ ਲਓ ਬ੍ਰਹਮ ਗਿਆਨ ਦੀ ਦਾਤ ਛੇਮ ਮੁਕਤੀ ਦੇ ਦਿੰਦੇ ਹਨ। ਸੁਤ ਬਿਤ ਆਦ ਕਾਮਨਾ ਜੋਈ, ਸ਼੍ਰੋਤਨ ਕੋ ਸਭ ਦੇਵਤ ਸੋਈ। ਜਿਹੜੀ ਚੀਜ਼ ਦੀ ਵੀ ਲੋੜ ਹੁੰਦੀ ਗੁਰਸਿੱਖਾਂ ਨੂੰ, ਸੁੱਤ ਪੁੱਤਰ ਦੀ, ਧਨ ਦੀ, ਕੱਪੜੇ ਲੀੜੇ ਦੀ, ਘਰ ਦੀ, ਹਰੇਕ ਚੀਜ਼ ਜਿਹਦੀ ਵੀ ਲੋੜ ਹੈ, ਸਰੋਤਿਆਂ ਨੂੰ, ਗੁਰਾਂ ਦੀ ਕਥਾ ਸੁਣਨ ਵਾਲਿਆਂ ਨੂੰ, ਮਹਾਰਾਜ ਆਪਣੇ ਪਿਆਰਿਆਂ ਨੂੰ, ਕਥਾ ਸੁਣਨ ਵਾਲਿਆਂ ਨੂੰ ਸਭ ਕੁਝ ਦੇ ਦਿੰਦੇ ਆ। ਇਹ ਮਹਾਰਾਜ ਦੀ ਕਥਾ ਦਾ ਮਹਾਤਮ ਭਾਈ ਰਾਮ ਕੌਰ ਜੀ ਨੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ 7ਵੇਂ, ਜਿਨ੍ਹਾਂ ਨੇ ਗੁਰੂ ਕਲਗੀਧਰ ਮਹਾਰਾਜ ਤੋਂ ਵਰ ਲਿਆ ਵੀ ਮੇਰੇ ਜਾਣ ਤੋਂ ਬਾਅਦ ਵੀ ਰਾਮ ਕੌਰ ਤੈਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਉਹਨਾਂ ਨੇ ਦੱਸਿਆ ਕਿ ਗੁਰਾਂ ਦੀ ਜਿਹੜੀ ਕਥਾ ਬੜੀ ਫਲਦਾਤੀ ਹੈ। ਦੇਹ ਅਰੋਗ ਰੋਗ ਕੋ ਘਾਤਕ, ਅਨਕ ਭਾਤ ਕੇ ਪਾਤਕ ਹਾਤਕ। ਹੁਣ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਜਦੋਂ ਸੁਣਦੇ ਹਾਂ ਤੇ ਦੇਹ ਦੇ ਰੋਗ ਵੀ ਕੱਟੇ ਜਾਂਦੇ ਆ, ਮਨ ਸ਼ਾਂਤ ਹੁੰਦਾ ਹੈ ਅਤੇ ਸਰੀਰ ਦੇ ਰੋਗ ਕੱਟੇ ਜਾਂਦੇ। ਸਾਧ ਸੰਗਤ ਮੈਡੀਕਲ ਸਾਇੰਸ ਵੀ ਇਹ ਗੱਲ ਮੰਨਣ ਲੱਗ ਪਈ ਆ ਹੁਣ ਕਿ ਜਿਸ ਵੇਲੇ ਮੈਡੀਸ਼ਨ ਵਿੱਚ ਹੁੰਦੇ ਹਾਂ ਨਾ, ਮੈਡੀਟੇਸ਼ਨ ਵਿੱਚ ਹੁੰਦੇ ਹਾਂ, ਧਿਆਨ ਵਿੱਚ ਹੁੰਦੇ ਹਾਂ, ਉਦੋਂ ਜਿਹੜਾ ਸਾਡਾ ਦਿਮਾਗ ਹੈ ਇੱਦਾਂ ਦੇ ਰਸਾਇਣ ਛੱਡਦਾ ਹੈ ਕਿ ਜਿਹੜੇ ਦੁਨੀਆ ਭਰ ਦੇ ਕਿਸੇ ਟੀਕੇ ਤੋਂ, ਇੰਜੈਕਸ਼ਨ ਤੋਂ ਜਾਂ ਕਿਸੇ ਖੁਰਾਕ 'ਚੋਂ ਨਹੀਂ ਮਿਲਦੇ, ਅਤੇ ਅਸਾਧ ਰੋਗ ਵੀ ਉਹ ਰਸਾਇਣ ਨਾਲ ਕੱਟੇ ਜਾਂਦੇ ਆ।
ਜੇ ਕੋਈ ਬੰਦਾ ਅੰਮ੍ਰਿਤ ਵੇਲੇ ਲਿਵ ਵਿੱਚ ਜੁੜ ਜਾਏ, ਸਿਮਰਨ ਕਰੇ, ਅੱਜ ਤੋਂ ਕਰਨਾ ਸ਼ੁਰੂ ਕਰ ਦਿਓ। ਕੋਈ ਬੰਦਾ ਡਾਕਟਰ ਕਹਿ ਦੇਣ ਜੀ ਇਹ ਬੰਦੇ ਦਾ ਆਹ ਰੋਗ ਕੱਟਿਆ ਨਹੀਂ ਜਾਂਦਾ, ਦੁਨੀਆ 'ਤੇ ਸਾਰੇ ਡਾਕਟਰ ਫੇਲ ਹੋ ਜਾਣ, ਤੁਹਾਡੀ ਸੁਰਤ ਜੁੜਨ ਲੱਗ ਜਾਏ ਅੰਮ੍ਰਿਤ ਵੇਲੇ, ਡਾਕਟਰ ਜਵਾਬ ਦੇਣਗੇ ਵੀ ਮਹੀਨੇ 'ਚ ਇਹ ਪੂਰਾ ਹੋ ਜਾਏਗਾ, ਉਹ ਰੋਗ ਵੀ ਕੱਟੇ ਜਾਣਗੇ। ਨਾਮ ਦੀ, ਬਾਣੀ ਦੀ, ਸਿਮਰਨ ਦੀ ਇਹ ਮਹਿਮ ਹੈ, ਐਵੇਂ ਨਹੀਂ ਹੈ। ਇਹ ਹਜੇ ਤੱਕ ਪਤਾ ਨਹੀਂ ਲੱਗਾ ਸਾਇੰਸ ਨੂੰ ਵੀ, ਜਿਹੜੇ ਮੈਡੀਕਲ ਸਾਇੰਸ ਵਾਲੇ ਵੀ, ਉਹ ਅੰਮ੍ਰਿਤ ਵੇਲੇ ਦੀ ਸਾਧਨਾ 'ਚੋਂ ਕੀ ਲੱਭਦਾ ਹੈ। ਸਾਇੰਸ ਕਰਨ ਵਾਲੇ ਪੜ੍ਹਦੇ ਤਾਂ ਹੈ ਨਹੀਂ ਕੁਛ, ਨਾ ਧਿਆਨ ਦਿੰਦੇ ਆ, ਬਸ ਇਹਨਾਂ ਦੇ ਭਾਦਾ ਸਾਇੰਸ ਇਕੱਲਾ ਟੈਲੀਫੋਨ ਜਾਂ ਟੈਲੀਵਿਜ਼ਨ ਹੈ, ਬਸ ਆਹੀ ਸਾਇੰਸ ਕਰੀ ਜਾਂਦੇ। ਨੇੜੇ ਲੱਗ ਕੇ ਦੇਖੋ ਫਿਰ ਬਹੁਤ ਕੁਝ ਲੱਭੇਗਾ। ਤਾਂ ਇਸ ਤਰੀਕੇ ਸਾਧ ਸੰਗਤ ਇਹ ਜਿਹੜੀ ਗੁਰਾਂ ਦੀ ਕਥਾ ਸੁਣਦੇ ਆ, ਜਦੋਂ ਇਕਾਗਰ ਚਿੱਤ ਹੋ ਕੇ, ਜਦੋਂ ਸਮਾਧਿਸ਼ਟ ਹੋ ਕੇ ਸੁਣਦੇ ਆ, ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਭਾਈ ਰਾਮ ਕੌਰ ਜੀ ਨੇ ਆਖਿਆ, ਕਹਿੰਦੇ ਭਾਈ ਇਹ ਕੀ ਆ, ਦੇਹ ਅਰੋਗ ਰੋਗ ਕੋ ਘਾਤਕ, ਦੇਹ ਨੂੰ ਅਰੋਗ ਤੰਦਰੁਸਤ ਕਰਦੀ ਹੈ, ਤੇ ਜਿਹੜੇ ਰੋਗ ਹੁੰਦੇ ਘਾਤਕ ਤੋਂ ਘਾਤਕ, ਉਹਨਾਂ ਦਾ ਘਾਤ ਕਰਦੀ, ਨਾਸ਼ ਕਰਦੀ ਹੈ। ਮ੍ਰਿਤਕ ਪਿਛਾਰੀ ਵਰਣਨ ਜੋਏ, ਅਨੇਕਾਂ ਤਰ੍ਹਾਂ ਦੇ ਜਿਹੜੇ ਪਾਤਕ ਹੁੰਦੇ ਨਾ, ਪਾਪ ਹੁੰਦੇ, ਜਿਹਨੀ ਸੰਸਕਾਰ ਹੁੰਦੇ ਬੰਦੇ ਦੇ ਮਨ ਵਿੱਚ, ਕਥਾ ਸੁਣ ਕੇ ਮੈਲੇ ਤੋਂ ਮੈਲੇ ਸੰਸਕਾਰ ਕੱਟੇ ਜਾਂਦੇ ਆ। ਗੁਰਾਂ ਦੀ ਇਤਿਹਾਸ ਦੀ ਕਥਾ ਕੋਈ ਸਾਰੀ ਸੁਣ ਲੈ ਇੱਕ ਵਾਰ, ਮੁੜ ਕੇ ਉਹਦਾ ਜੀਵਨ ਆਪੇ ਹੀ ਬਦਲ ਜਾਏਗਾ, ਉਹਨੂੰ ਕਹਿਣ ਦੀ ਲੋੜ ਨਹੀਂ ਪਏਗੀ। ਐਸਾ ਜੀਵਨ ਹੈ, ਬਣਾਉਂਦੀ ਹੈ ਕਥਾ। ਇਉਂ ਦੇਹ ਨੂੰ ਅਰੋਗ ਕਰਦੀ ਹੈ ਭਾਈ। ਅਤੇ ਮਰਨ ਤੋਂ ਬਾਅਦ ਵੀ ਜਿਹੜੇ ਦੁੱਖ ਦੱਸੇ ਆ ਨਾ, ਮਰਨ ਤੋਂ ਬਾਅਦ ਕਹਿੰਦੇ ਜਿਹੜਾ ਵੀ ਕੋਈ ਮਰਨ ਤੋਂ ਬਾਅਦ ਇਹ ਕਥਾ, ਸਿੱਖ ਦੇ ਮਰਨ ਤੋਂ ਬਾਅਦ ਵੀ ਕੋਈ ਕਥਾ ਕਰੇਗਾ ਤੇ ਇਹ ਪਰਲੋਕ ਵਿਖਾਗਤ ਹੋਏ। ਗੁਰਾਂ ਦੀ ਕਥਾ ਸਿੱਖ ਦੇ ਮਰਨ ਤੋਂ ਬਾਅਦ ਉਹਦੀ ਪਰਲੋਕ 'ਚ ਵੀ ਸਹਾਇਤਾ ਕਰਦੀ ਹੈ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਐਡਾ ਵੱਡਾ ਫਲ ਇਸ ਕਥਾ ਦਾ, ਇਤਿਹਾਸ ਦੀ ਦਾ, ਗੁਰਬਾਣੀ ਦੀ ਕਥਾ ਦਾ ਦੱਸਿਆ ਹੈ। ਸੰਕਟ ਸਕਲ ਨਾਸ਼ ਕੋ ਕਰਤਾ, ਮਹਾ ਧਰਮ ਕੋ ਉਰਮਹਿ ਧਰਤਾ। ਬੰਦੇ ਦੇ ਸੰਕਟ ਕੱਟੇ ਜਾਂਦੇ ਆ, ਤੇ ਵੱਡਾ ਧਰਮ ਜੋ ਅਸਲ ਧਰਮ ਹੈ ਹਿਰਦੇ ਵਿੱਚ ਟਿਕ ਜਾਂਦਾ ਹੈ। ਸ਼ਰਧਾ ਕਰ ਜੋ ਸੁਨੈ ਸੁਨਾਵੈ, ਅੰਤ ਸਮੇਂ ਗੁਰ ਤੇ ਗਤ ਪਾਵੈ। ਜਿਹੜਾ ਵੀ ਕੋਈ ਸਿੱਖ ਸ਼ਰਧਾ ਨਾਲ ਇਹ ਕਥਾ ਨੂੰ ਸੁਣੇਗਾ ਜਾਂ ਸ਼ਰਧਾ ਨਾਲ ਕੋਈ ਸੁਣਾਏਗਾ, ਕਹਿੰਦੇ ਸ਼ੰਕਾ ਨਾ ਕਰਿਓ, ਅੰਤ ਨੂੰ ਪਰਮ ਗਤੀ ਪ੍ਰਾਪਤ ਹੋਏਗੀ, ਗੁਰੂ ਦੇ ਨੇੜੇ ਹੋ ਜਾਏਗਾ, ਜਨਮ ਮਰਨ ਮਿਟ ਜਾਏਗਾ, 84 ਦਾ ਚੱਕਰ ਮਿਟ ਜਾਏਗਾ। ਦੋਹਰਾ ਸੁਣੋ ਕਥਾ ਸਵਧਾਨ ਹੋਵੈ, ਸ਼ਰੋਤਾ ਸਿੱਖ ਸਮੁਦਾਏ। ਵਧਹਿ ਬਖੇਰਾ ਜਾਹੇ ਤੇ, ਮਿਲਨ ਤੁਰਕ ਬਨ ਆਏ। ਕਹਿੰਦੇ ਸੰਗਤ ਜੀ ਕਥਾ ਸਾਵਧਾਨ ਹੋ ਕੇ ਸੁਣੋ ਸਰੋਤਿਓ, ਸਾਰੀ ਸਿੱਖ ਸੰਗਤ ਜੀ। ਵਧੈ ਬਖੇਰਾ ਜਾਹੇ ਤੇ, ਮਿਲਨ ਤੁਰਕ ਬਨ ਆਏ। ਕਿਵੇਂ ਵਖੇੜਾ ਪਿਆ, ਕੀ ਕਾਰਨ ਬਣਿਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਲਈ ਕੀ ਪ੍ਰੋਪੀਗੰਡਾ ਕੀਤਾ ਗਿਆ, ਤੇ ਕਿਵੇਂ ਤੁਰਕ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਦੇ, ਉਹ ਸਾਰਾ ਕੁਝ ਸੁਣੋ ਜੀ। ਸਬਈਆ ਰਾਜ ਕਰੈ ਸਕਰੀ ਛਿਤ ਕੋ, ਜਿਨ ਆਏ ਸਮੇਟ ਸਕੈ ਨਹਿ ਕੋ। ਕਹਿੰਦੇ ਰਾਜ ਕਰੈ ਸਗਰੀ ਛਿਤ ਕੋ, ਸਾਰੀ ਧਰਤੀ ਦਾ ਰਾਜ, ਸਾਰਾ ਉੱਤਰੀ ਹਿੰਦੁਸਤਾਨ ਤੇ ਅਫਗਾਨਿਸਤਾਨ ਆਦਿ ਰਾਜ ਕਰਦਾ ਸੀ, ਰਾਜਾ ਸੀ ਸਾਰੇ ਦਾ, ਜਿਹਦੀ ਆਗਿਆ ਕੋਈ ਮੇਟ ਨਹੀਂ ਸੀ ਸਕਦਾ। ਦੀਰਘ ਕੋਟ ਚਮੂ ਜਿਸ ਕੈ, ਨਮ ਵਾਸ ਰਹਿਓ ਅਸ ਭਖ ਹੈ ਜੋ। ਐਸੇ ਰਾਜੇ ਜਹਾਂਗੀਰ ਦਾ ਕਿੱਡਾ ਰਾਜ ਸੀ, ਜਿਹਦੀ ਕੋਈ ਵੱਡੇ ਵੱਡੇ ਕੋਟ ਕਿਲੇ, ਬਹੁਤ ਸਾਰੀ ਚਮੂ ਫੌਜ, ਜਿਹਦੇ ਕੋਲ ਕੋਈ ਆਕੀ ਨਹੀਂ ਸੀ ਰਿਹਾ, ਮਵਾਸ ਕਹਿੰਦੇ ਆਕੀ ਨੂੰ। ਐਸਾ ਨਹੀਂ ਸੀ ਕੋਈ ਜਿਹੜਾ ਉਹਦੇ ਖਿਲਾਫ ਕੋਈ ਗੱਲ ਕਰ ਸਕੇ। ਭੂਪਤ ਪੂਰਬ ਦਛਨ ਕੋ ਪੁਨ, ਪਛਮ ਕੇ ਨ੍ਰਿਪ ਸੈਲ ਜਿਹੋ। ਜਿਹੜੇ ਵੀ ਕੋਈ ਪੂਰਬ ਦੇ, ਪੱਛਮ ਦੇ, ਉੱਤਰ ਦੇ ਪਹਾੜੀ ਰਾਜੇ ਵੀ ਸਨ ਨਾ, ਉਹ ਵੀ ਇਹਦੇ ਕੋਲੋਂ ਡਰਦੇ ਸਨ, ਜਹਾਂਗੀਰ ਕੋਲੋਂ। ਆਨ ਕੋ ਮਾਨ ਕੈ ਦਾਨ ਕੋ ਦੇਤ, ਕੇ ਸੇਵ ਕਰੈ ਰਹਿ ਹਾਜ਼ਰ ਸੋ। ਉਹ ਵੀ ਇਹ ਤੋਂ ਡਰਦੇ ਸਨ, ਉਹ ਇਹਨੂੰ ਜਣੀ ਟੈਕਸ ਦਿੰਦੇ ਸਨ। ਦੇਖੋ ਕਿੱਡਾ ਵੱਡਾ ਰਾਜ ਸੀ ਇਹਦਾ। ਆਪਣੇ ਰਾਜ ਵਿੱਚ, ਆਪਣੀ ਧਰਤੀ ਵਿੱਚ ਰਹਿਣ ਦੇ ਲਈ ਵੀ ਜਹਾਂਗੀਰ ਬਾਦਸ਼ਾਹ ਦੇ ਅੱਗੇ ਝੁਕਦੇ ਸਨ। ਕਬਿਤ ਦਿੱਲੀ ਭੱਤ
भयो जहांगीर जिस नाम का है अधक प्रताप तुर केशर को जानिए। ਗੁਰੂ ਅਰਜਨ ਦੇਵ ਜੀ ਦੇ ਸਮੇਂ, ਸ਼ਹਾਦਤ ਦੇ ਸਮੇਂ, ਦਿੱਲੀ ਦਾ ਰਾਜਾ ਤਖਤ ਦਾ ਜਹਾਂਗੀਰ ਜੀ ਦਾ ਨਾਮ ਸੀ ਤੇ ਉਹਦਾ ਬਹੁਤ ਵੱਡਾ ਪ੍ਰਤਾਪ ਸੀ। ਇਸ ਤੁਰਕੇਸ਼ਵਰ ਜਾਣੀ ਤੁਰਕਾਂ ਦੇ ਰਾਜੇ ਦਾ ਉਸ ਮੈਂ ਦਰਬ ਮਹਾਦੇਤ ਲੇਤ ਜਹਾਂ ਕਹਾ ਅਪਰ ਸਮਾਜ ਕਹਾ ਗਨ ਬੇ ਮੈਂ ਆਨੀਏ। ਇਹਦੇ ਕੋਲ ਬਹੁਤ ਵੱਡਾ ਖਜ਼ਾਨਾ ਸੀ ਜਹਾਂਗੀਰ ਕੋਲ। ਇਹਨੂੰ ਪਤਾ ਹੀ ਨਹੀਂ ਸੀ ਲੱਗਦਾ ਕਿੰਨਾ ਰੁਪਈਆ ਆਉਂਦਾ ਜਾਂਦਾ ਧਨ। ਐਡਾ ਵੱਡਾ ਖਜ਼ਾਨਾ ਸੀ ਇਸ ਦਾ। ਚਾਰੋ ਦੇਸ਼ ਮਾਹਿ ਤਰਾਸ ਜੁਦ ਤੇ ਨਿਰਾਸ ਭਏ ਹੱਥ ਬੰਦ ਆਨ ਪਾਸ ਜੀਵਨ ਕੋਠਾਨੀਏ। ਇਹਦੇ ਦੁਸ਼ਮਣ ਇਹ ਤੋਂ ਡਰਦੇ ਸਨ। ਇਹਦੇ ਅੱਗੇ ਹੱਥ ਜੋੜ ਕੇ ਆਪਣੀ ਜੀਵਨ ਦੀ ਜਣੀ ਖੈਰ ਮੰਗਦੇ ਸਨ। ਦੁਸ਼ਮਣ ਸਾਰੇ ਦੇ ਹਾਰ ਗਏ ਸਨ ਲਗਭਗ। ਰੰਗ ਦੇਹ ਰਾਜਾ ਕਰ ਰਾਜਾ ਕੋ ਬਨਾਵੈ ਰੰਗ ਐਸੋ ਬਾਦਸ਼ਾਹੀ ਭਇਓ ਐਸ਼ਵਰਜ ਮਹਾਨੀਏ। ਐਡਾ ਵੱਡਾ ਰਾਜਾ ਸੀ ਇਹ। ਜੇ ਕਿਸੇ ਗਰੀਬ ਤੇ ਮਿਹਰਬਾਨ ਹੋ ਜਾਏ ਉਹਨੂੰ ਕਹਿ ਦਿੰਦਾ ਫਲਾਣੀ ਜਗ੍ਹਾ ਦਾ ਰਾਜ ਤੈਨੂੰ ਦਿੱਤਾ। ਕਿਸੇ ਰਾਜੇ ਤੇ ਕਰੋਪੀ ਹੋ ਜਾਏ ਉਹਨੂੰ ਫੜ ਕੇ ਜੇਲ੍ਹ 'ਚ ਸੁੱਟ ਕੇ ਗਰੀਬੀ ਕਰ ਦਿੰਦਾ ਸੀ। ਐਡਾ ਵੱਡਾ ਰਾਜਾ ਸੀ ਇਹ। ਕਬਿਤ ਤਾਕੋ ਹੈ ਦੀਵਾਨ ਇੱਕ ਚੰਦੂ ਨਾਮ ਅਵਿਵੇਕ ਗੁਰੂ ਪਰਮੇਸ਼ਰ ਮਹਾਤਮ ਨ ਜਾਨੀਏ। ਇਸ ਜਹਾਂਗੀਰ ਬਾਦਸ਼ਾਹ ਦੇ ਇੱਕ ਦੀਵਾਨ ਸੀ। ਉਹਦਾ ਨਾਂ ਸੀ ਚੰਦੂ। ਜਹਾਂਗੀਰ ਬਾਦਸ਼ਾਹ ਦੇ ਕਹਿ ਲਓ ਕਿ ਐਲਕਾਰਾਂ ਦੇ ਵਿੱਚੋਂ ਇੱਕ ਚੰਦੂ ਨਾਂ ਦਾ ਐਲਕਾਰ ਸੀ, ਦੀਵਾਨ ਸੀ। ਤੇ ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ ਸੀ, ਰੱਬ ਤੋਂ ਟੁੱਟਿਆ ਹੋਇਆ ਸੀ ਇਹ ਇਨਸਾਨ। ਮਾਇਆ ਮਦ ਮਤ ਮੂੜ ਕੁਮਤ ਅਰੂੜ ਰਹਿ ਹੁਕਮ ਚਲਾਵਤ ਹੰਕਾਰ ਕੈ ਮਹਾਨਈ। ਮਾਇਆ ਵਿੱਚ ਬੜਾ ਮਸਤ ਸੀ। ਪੈਸਾ ਬਹੁਤ ਸੀ ਇਹਦੇ ਕੋਲ। ਆਏ ਜਾਂਦਾ ਵੱਡੇ ਅਹੁਦਿਆਂ ਤੇ ਲੋਕਾਂ ਕੋਲ ਪੈਸਾ। ਮਾਇਆ ਵਿੱਚ ਮਸਤ, ਹੁਕਮ ਚਲਾਉਂਦਾ ਹੰਕਾਰ ਵਿੱਚ ਬੜਾ ਵੱਡਾ। ਪਾਤਸ਼ਾਹੀ ਲੋਕ ਸਭ ਮਾਨਿਆ ਨਠਾਨੈ ਨਮੋ ਚਾਹੇ ਜਿਮ ਕਰੈ ਨਿਮ ਦੇਸ਼ ਜਿਸਈ। ਕਹਿੰਦੇ ਇਹਨੂੰ ਪਾਤਸ਼ਾਹ ਦੇ ਹੋਰ ਕਈ ਬੰਦੇ ਛੋਟੇ ਜਿੰਨੇ ਸਨ ਸਾਰੇ ਇਹਦੇ ਅੱਗੇ ਝੁਕਦੇ ਸਨ। ਇਹਦੀ ਸਾਰੇ ਗੱਲ ਮੰਨਦੇ ਸਨ, ਇਹਨੂੰ ਨਮਸਕਾਰ ਕਰਦੇ ਸਨ। ਜੋ ਇਹ ਚਾਹੁੰਦਾ ਸੀ ਉਹ ਕਰ ਲੈਂਦਾ ਸੀ। ਦੇਸ਼ ਵਿੱਚ ਇਹਦਾ ਚੰਗਾ ਦਬਦਬਾ ਸੀ ਦੀਵਾਨ ਚੰਦੂ ਦਾ। ਏਕ ਸੁਦਾ ਭਈ ਤਾਂ ਕੋ ਨਾਮ ਰਾਖਿਓ ਸਦਾ ਕੌਰ ਕਹਿ ਕਲ ਹਾਵ ਤਰੀ ਦੋਨੋਂ ਲੋਕ ਪਿਤ ਹਾਨਈ। ਇਹਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ। ਉਹਦਾ ਨਾਮ ਇਹਨੇ ਸਦਾ ਕੌਰ ਰੱਖਿਆ। ਇਹ ਲੜਕੀ ਕਾਹਦੀ ਮੰਨੋ ਕਿ ਕਲਾ ਨਹੀਂ ਅਵਤਾਰ ਲਿਆ ਹੋਵੇ। ਆਪਣੇ ਪਿਓ ਦੀਵਾਨ ਚੰਦੂ ਦਾ ਲੋਕ ਪਰਲੋਕ ਇਹਨੇ ਹੀ ਵਿਗਾੜਿਆ ਹੈ। ਕਬਿਤ ਸਾਤ ਮੈਂ ਬਰਖ ਬਿਗੇ ਸੁਤਾ ਜਬ ਹੇਰੀ ਨਿਜ ਕਰੋ ਸਨ ਬੰਦ ਕਹੂੰ ਐਸੇ ਮਨ ਆਨਿਓ। ਪਹਿਲੇ ਸਮਿਆਂ ਵਿੱਚ ਕੀ ਹੁੰਦਾ ਸੀ, ਜਦ ਤੇ ਵਿਆਹ ਲੜਕੀ ਲੜਕੇ ਦੇ ਪਰਿਵਾਰਾਂ ਦੇ ਇਉਂ ਹੁੰਦੇ ਸਨ ਜਾਣ ਪਛਾਣ ਵਿੱਚ ਇੱਕ ਦੂਜੇ ਨੂੰ ਜਾਣਨ ਵਾਲਿਆਂ 'ਚ ਵੀ ਜੇ ਤੇਰੇ ਘਰ ਢਿੱਡ 'ਚ ਨਿਆਣੇ ਹੁੰਦੇ ਸਨ, ਬੱਚੇ ਹਜੇ ਜਨਮ ਵੀ ਨਹੀਂ ਲਿਆ, ਇੱਕ ਦੂਜੇ ਨਾਲ ਵੀ ਜੇ ਤੇਰੇ ਘਰ ਲੜਕੀ ਹੋ ਗਈ ਮੇਰੇ ਘਰ ਲੜਕਾ ਹੋ ਗਿਆ ਤੇ ਤੇਰੀ ਲੜਕੀ ਮੇਰੇ ਲੜਕੇ ਨਾਲ ਵਿਆਹੀ ਜਾਏਗੀ। ਜੇ ਮੇਰੇ ਘਰ ਲੜਕੀ ਹੋ ਗਈ ਤੇਰੇ ਘਰ ਲੜਕਾ ਹੋ ਗਿਆ ਤਾਂ ਵੀ ਇਹਨਾਂ ਦਾ ਰਿਸ਼ਤਾ ਵਿਆਹ ਕਰਾਂਗੇ। ਜੇ ਦੋਵੇਂ ਹੀ ਕਿਤੇ ਲੜਕੇ ਹੋ ਜਾਣ ਫਿਰ ਵੱਖਰਾ ਕੋਈ ਰਾਹ ਲੱਭਦੇ ਸਨ, ਨਹੀਂ ਅਕਸਰ ਇੱਦਾਂ ਹੀ ਵਿਆਹ ਕਰਦੇ ਸਨ। ਜਾਂ ਫਿਰ ਬੱਚੇ ਥੋੜ੍ਹੇ ਜਿਹੇ ਵੱਡੇ ਹੁੰਦੇ, ਛੋਟੀ ਉਮਰ ਦੇ ਵਿਆਹਾਂ ਦਾ ਬੜਾ ਰਿਵਾਜ ਸੀ ਉਦੋਂ, ਬਾਲ ਵਿਵਾਹ ਕਹਿੰਦੇ ਸਨ ਉਹਨੂੰ। ਅਤੇ ਉਹਨਾਂ ਟਾਈਮਾਂ ਵਿੱਚ ਸੀ ਭਾਵੇਂ ਵਿਆਹ ਛੋਟੀ ਉਮਰ 'ਚ ਕਰਦੇ ਮੁਕਲਾਵੇ ਕਈ ਸਾਲ ਬਾਅਦ ਲਿਆ ਕਰਦੇ ਸਨ, ਵਿਆਹ ਪਹਿਲਾਂ ਹੀ ਕਰ ਦਿੰਦੇ ਸਨ। ਇਹ ਦੀਵਾਨ ਚੰਦੂ ਦੀ ਲੜਕੀ ਜਦੋਂ 7 ਸਾਲ ਦੀ ਹੋਈ ਨਾ, ਇਹਦੀ ਉਮਰ 7 ਸਾਲ ਦੀ, ਉਸ ਵੇਲੇ ਇਹਦੇ ਮਨ 'ਚ ਆਈ ਕਿ ਲੜਕੀ ਦਾ ਸੰਬੰਧ ਕਰੀਏ ਕਿਤੇ। ਇਹ ਮਨ 'ਚ ਆਇਆ। ਵਿਪਰ ਕੋ ਬੁਲਾਇਓ ਸਮਝਾਇਓ ਮਿਲ ਦੰਪਤ ਨੇ। ਵਿਪਰ ਕੋ ਬੁਲਾਇਓ ਸਮਝਾਇਓ ਮਿਲ ਦੰਪਤ ਨੇ। ਇਹਨਾਂ ਨੇ ਪੰਡਤ ਨੂੰ ਸੱਦਿਆ। ਪਹਿਲੇ ਟਾਈਮਾਂ ਵਿੱਚ ਵਿਆਹ ਜਾਂ ਤਾਂ ਪੰਡਤ ਕਰਿਆ ਕਰਦੇ ਸਨ, ਜ਼ਿਆਦਾ ਆਉਣਾ ਜਾਣਾ ਕਰਨਾ। ਉਹਦੇ ਨਾਲ ਇੱਕ ਲਾਗੀ ਹੁੰਦਾ ਸੀ। ਹੁਣ ਵੀ ਲਾਗੀਆਂ ਨੂੰ ਕਈ ਥਾਈਂ ਰਾਜੇ ਕਹਿੰਦੇ ਆ, ਰਾਜੇ। ਉਹਦੇ ਪਿੱਛੇ ਕਾਰਨ ਇਹੀ ਹੈ ਕਿ ਰਾਜਿਆਂ ਦੇ ਨੇੜੇ ਹੋਣ ਕਰਕੇ ਉਹਨਾਂ ਨੂੰ ਰਾਜੇ ਕਹਿੰਦੇ ਸਨ ਲੋਕ।
ਇਹੀ ਕਰਿਆ ਕਰਦੇ ਸਨ। ਤੇ ਇਹ ਜਿਹੜਾ ਸਾਧ ਸੰਗਤ ਜੀ ਉਹ ਸੀ ਨਾ ਦੀਵਾਨ ਚੰਦੂ, ਇਹਨੇ ਦੇਖਿਆ ਕਿ ਬ੍ਰਾਹਮਣ ਨੂੰ ਬੁਲਾਈਏ, ਉਹਨੂੰ ਸਮਝਾਈਏ ਕਿ ਦੋਵਾਂ ਨੇ ਬੁਲਾਇਆ ਤੇ ਬੁਲਾ ਕੇ ਦੋਵਾਂ ਨੇ ਸਮਝਾਇਆ ਕਿ ਸੰਪਤ ਹਮਾਰੇ ਸਮ ਸਦਨ ਮਹਾਨਿਓ। ਆਖਣ ਲੱਗੇ, ਕਹਿੰਦੇ ਵੀ ਇੱਕ ਗੱਲ ਕਰੀ, ਅਸੀਂ ਕਰਨਾ ਲੜਕੀ ਦਾ ਰਿਸ਼ਤਾ। ਤੂੰ ਇੱਕ ਚੀਜ਼ ਦਾ ਧਿਆਨ ਰੱਖੀ, ਸਾਡੇ ਤਰ੍ਹਾਂ ਬੰਦੇ ਦੀ ਸੰਪત્ਤੀ ਹੋਵੇ, ਘਰ ਬੜਾ ਵੱਡਾ ਹੋਵੇ, ਮਹਾਨ ਹੋਣ, ਉੱਚੀ ਕੁਲ ਹੋਏ ਲਿਓ ਬਿੰਦਪੁਰ ਜੋਏ ਤੁਮ। ਉੱਚੀ ਕੁਲ ਹੋਵੇ ਸਾਡੀ ਤਰ੍ਹਾਂ, ਲਿਹੋ ਬ੍ਰਿੰਦਪੁਰ ਜੋਏ ਤੁਮ। ਤੁਸੀਂ ਦੇਖ ਲਓ ਜਿੰਨੇ ਵੀ ਪਿੰਡ ਨਗਰ ਆਲੇ ਦੁਆਲੇ ਹਨ, ਸਾਰੇ ਦੇਖ ਲਓ। ਸੁੰਦਰ ਸਰੂਪ ਬਰ ਖੋਜੋ ਸਭ ਥਾਨਿਓ। ਫਿਰ ਲੜਕਾ ਜਿਹਦੇ ਨਾਲ ਸਾਡੀ ਲੜਕੀ ਦਾ ਰਿਸ਼ਤਾ ਕਰਨਾ ਹੈ, ਸੋਹਣੇ ਸਰੂਪ ਵਾਲਾ ਹੋਵੇ, ਸੁੰਦਰ ਹੋਵੇ, ਕਿਉਂਕਿ ਮੈਂ ਦੀਵਾਨ ਹਾਂ। ਦੀਵਾਨ ਦੀ ਲੜਕੀ, ਸਾਡਾ ਜਿਹੜਾ ਰਿਸ਼ਤੇਦਾਰ ਹੋਵੇ ਉਹ ਸੋਹਣਾ ਹੋਣਾ ਚਾਹੀਦਾ ਹੈ। ਤੀਨੋ ਹੋਵਾ ਇਕਤਰ ਤੁਮ ਚਿਤਰ ਬਾਤ ਜਾਨੋ ਮਨ। ਜੇ ਤਿੰਨੇ ਚੀਜ਼ਾਂ ਹੋਣ, ਸੋਹਣੀ ਸੰਪત્ਤੀ ਹੋਵੇ, ਸਾਡੇ ਵਰਗੀ ਕੁਲ ਹੋਵੇ, ਲੜਕਾ ਵੀ ਸੋਹਣਾ ਸੁੰਦਰ ਹੋਵੇ, ਤਾਂ ਫਿਰ ਇਦੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਫਿਰ ਸਮਝੋ ਕਿ ਬਹੁਤ ਵਧੀਆ ਗੱਲ ਹੋਈ। ਆਲਸ ਨ ਕੀਜੈ ਫਿਰ ਬੇਗੋਹਿਤ ਠਾਨਿਓ। ਤੂੰ ਆਲਸ ਨਾ ਕਰੀ, ਤੂੰ ਜਾ ਕੇ ਬਿਨਾਂ ਆਲਸ ਤੋਂ ਘੁੰਮਦਾ ਹੋਇਆ ਤੇ ਜਾ ਕੇ ਸਾਡੀ ਲੜਕੀ ਦੇ ਲਈ ਰਿਸ਼ਤਾ ਕਰ ਦੇ। ਕਬਿਤ ਹਮ ਸਮ ਧਨ ਹੋਏ ਉੱਚ ਵੰਸ਼ ਸ਼ੁੱਧ ਹੋਏ। ਸਾਡੀ ਤਰ੍ਹਾਂ ਧਨ ਵੀ ਸਾਡੀ ਤਰ੍ਹਾਂ ਹੋਵੇ, ਉੱਚਾ ਵੰਸ਼ ਹੋਵੇ, ਚੰਗੇ ਬੰਦੇ ਹੋਣ, ਸੁੰਦਰ ਸਰੂਪ ਹੋਏ ਵਰ ਦੇਖ ਲੀਜੀਏ। ਸੋਹਣਾ ਸਰੂਪ ਵਾਲਾ ਲੜਕਾ ਹੋਵੇ, ਚੰਗਾ ਵਰ ਸਾਡੀ ਬੇਟੀ ਲਈ ਤੁਸੀਂ ਲੱਭ ਲੈਣਾ। ਦੇਸ਼ਨ ਵਿਦੇਸ਼ ਵਿਖ ਵਿਚਰੋ ਵਿਸ਼ੇਸ਼ ਕਰ। ਦੇਸ਼ਾਂ 'ਚ ਵਿਦੇਸ਼ਾਂ 'ਚ ਸਾਰੇ ਪਾਸੇ ਦੇਖਿਓ, ਸਾਡੀ ਲੜਕੀ ਲਈ ਵਧੀਆ ਦੇਖਿਓ ਰਿਸ਼ਤਾ। ਫੇਰੋ ਅਸ਼ੇਸ਼ ਜੇ ਨਰੇਸ਼ ਵੇਸ਼ ਕੀਜੀਏ। ਤੇ ਦੇਖਿਓ ਵਧੀਆ ਸੋਹਣਾ ਪਹਿਰਾਵਾ, ਰਹਿائش ਹੋਵੇ, ਕਾਹੂ ਕਾਮਦਾਰ ਹੋਏ ਬੜੋ ਵਿਵਹਾਰ ਹੋਏ। ਬਹੁਤ ਵੱਡਾ ਕੰਮਕਾਰ ਹੋਵੇ, ਵਿਵਹਾਰ ਹੋਵੇ ਉਹਨਾਂ ਦਾ। ਜਾਹਰ ਦੁਦਾਰ ਹੋਏ ਮਿਲ ਕੇ ਜਨੀਜੀਏ। ਕਹਿੰਦੇ ਦੁਨੀਆ ਜਾਣਦੀ ਹੋਵੇ ਉਹਨਾਂ ਨੂੰ, ਮਿਲ ਕੇ ਤੁਸੀਂ ਦੇਖਣਾ ਜਾਣਨਾ ਕਰਨਾ। ਐਸੇ ਪੈਪ ਤੀਜੀਏ ਨ ਸੰਸੈ ਕੋ ਰਖੀਜੀਏ। ਇਹੋ ਜਿਹਾ ਰਿਸ਼ਤੇਦਾਰ ਸਾਡੇ ਲਈ ਲੱਭੋ, ਸ਼ੰਕਾ ਨਾ ਕੋਈ ਮਨ 'ਚ ਰੱਖਿਓ, ਗੱਲਾਂ ਸਾਰੀਆਂ ਕਲੀਅਰ ਕਰ ਲੈਣੀਆਂ। ਉਹ ਲਾਜ ਕੁੱਪ ਖੀਜੀਏ ਸੋਨਾ ਤੋਂ ਤਾਹਾਂ ਦੀਜੀਏ। ਕਹਿੰਦੇ ਸਾਡੀ ਲਾਜ ਰੱਖ ਲਿਓ, ਸਾਡਾ ਦੇਖ ਲਿਓ, ਸੋ ਨਾਤੋ ਤਹਾਂ ਦੀਜੀਏ। ਉਸ ਜਗ੍ਹਾ ਤੇ ਰਿਸ਼ਤਾ ਕਰਨਾ ਲੜਕੀ ਦਾ। ਆ ਦੱਸਤਾ ਤੈਨੂੰ ਸਾਰਾ ਕੁਝ ਅਸੀਂ। ਕਬਿਤ ਚੰਦੂ ਕੇ ਬਚਨ ਸੁਨ ਵਿਪਰਨੇ ਸੁਮਾਨ ਮਨ। ਉਸ ਵੇਲੇ ਦੀਵਾਨ ਚੰਦੂ ਅਤੇ ਉਹਦੀ ਘਰਵਾਲੀ ਦੀਆਂ ਗੱਲਾਂ ਸੁਣੀਆਂ ਉਹਨੇ ਚੰਗੀ ਤਰੀਕੇ, ਤੇ ਮਨ ਵਿੱਚ ਮੰਨ ਲਈਆਂ ਕਿ ਠੀਕ ਹੈ ਜੀ, ਜਿੱਦਾਂ ਦਾ ਤੁਹਾਨੂੰ ਰਿਸ਼ਤਾ ਚਾਹੀਦਾ ਉੱਦਾਂ ਦਾ ਹੀ ਲੱਭਾਂਗੇ। ਭਰਿਓ ਤੇਰੇ ਭਾਗ ਧਨ ਤੈਸੀ ਤੁਵ ਜਾਤ ਕੀ। ਕਹਿੰਦੇ ਬਈ, ਕਹਿਣ ਲੱਗਾ ਤੇਰੇ ਭਾਗ ਧਨ ਤੈਸੀ ਤੁਵ ਜਾਤ ਕੀ। ਚੰਗੀ ਗੱਲ ਹੈ। ਪੋਠੋਹਾਰੀ ਪੰਜਾਬੀ ਵਿੱਚ ਬੱਚਾ ਆਖਿਆ ਕਿ ਚੰਗੇ ਤੇਰੇ ਭਾਗ, ਉੱਦਾਂ ਦੀ ਤੇਰੀ ਜਾਤ ਕੀ, ਜਾਣੀ ਬੱਚੀ ਹੈ ਉਹਦੇ ਵੀ ਭਾਗ ਚੰਗੇ ਹਨ। ਫਿਰੈ ਦੇਸ਼ ਦੇਸ਼ ਮੈਂ ਮਿਲੋ ਕਹਗੇ ਅਸ਼ੇਸ਼ ਹਮ। ਐ ਦੀਵਾਨ ਫਿਕਰ ਨਾ ਕਰ, ਖਰਚਾ ਭਾਵੇਂ ਜਿੰਨਾ ਮਰਜ਼ੀ ਲੱਗ ਜਾਏ, ਮੈਂ ਦੇਸ਼ ਦੇ ਵਿੱਚ ਇਲਾਕੇ ਵਿੱਚ ਘੁੰਮਾਂਗਾ ਤੇ ਚੰਗਾ ਹੀ ਰਿਸ਼ਤਾ ਤੇਰੀ ਲੜਕੀ ਲਈ ਲੱਭਾਂਗੇ। ਉਤਮਤਾ ਖੋਜਾਂਗੇ ਸਮਾਨ ਤੁਵ ਜਾਤ ਕੀ। ਤੇਰੀ ਤਰ੍ਹਾਂ ਹੀ ਜਿਸ ਦੀ ਉੱਚੀ ਕੁੱਲ ਜਾਤੀ ਹੋਏਗੀ ਔਰ ਸਭ ਕੁਝ ਹੋਏਗਾ, ਉੱਦਾਂ ਹੀ ਤੇਰੀ ਲੜਕੀ ਲਈ ਰਿਸ਼ਤਾ ਦੇਖਾਂਗੇ। ਮੇਰੋ ਜਜਮਾਨ ਧਨ ਲੈ ਹੋ ਸਨ ਬੰਧ ਬਣੈ। ਤੇ ਤੂੰ ਮੇਰਾ ਜਜਮਾਨ ਹੈ, ਤੇ ਜਦੋਂ ਰਿਸ਼ਤਾ ਬਣ ਗਿਆ ਤੇਰੇ ਤੋਂ ਖੁੱਲੀ ਮਾਇਆ ਲਵਾਂਗੇ। ਫਿਰ ਖਰਚਾ ਖੁਰਚਾ ਜਿੰਨਾ ਲੱਗਿਆ ਉਹ ਸਾਰਾ ਕੁਝ ਲਵਾਂਗੇ। ਹੋਏ ਜਸ ਬ੍ਰਿੰਦ ਗੰਧ ਜਥਾ ਜਲ ਜਾਤ ਕੀ। ਕਹਿੰਦੇ ਸਾਰੇ ਪਾਸੇ ਜਦੋਂ ਸਰਬੰਧ ਹੋਏਗਾ ਨਾ ਚੰਗਾ, ਤੇ ਦੁਨੀਆ ਜਾਣੇਗੀ ਜਿਵੇਂ ਕਵਲ ਦੇ ਫੁੱਲ ਦੀ ਸੁਗੰਧੀ ਹੁੰਦੀ ਹੈ ਨਾ, ਕਿੰਨੀ ਸ਼ੋਭਾ ਪਾਉਂਦਾ ਹੈ, ਇੱਦਾਂ ਦੁਨੀਆ ਵਿੱਚ ਮਤਲਬ ਸ਼ੋਭਾ ਹੋਏਗੀ। ਕੀਜੈ ਬਿਨਾ ਮੋਹਿ ਤੋਹਿ ਕਾਜ ਸ਼ੁਭ ਹੋਏ। ਤੇ ਮੈਨੂੰ ਵਿਦਾ ਕਰ ਹੁਣ, ਤੇ ਤੇਰਾ ਕੰਮ ਸ਼ੁਭ ਕੰਮ ਹੋਵੇ।
ਜੋਹੇ ਸ਼ਗੁਨ ਅਨੂਠੇ ਅਬ ਸਮੈ ਚੱਲ ਜਾਤ ਕੀ। ਤੇ ਹੁਣ ਸਮਾਂ ਬੜਾ ਵਧੀਆ ਚੰਗਾ ਹੈ ਤੇ ਮੈਨੂੰ ਹੁਣ ਜਾਣ ਦਾ ਸਮਾਂ ਦੇ ਦੇ, ਮੈਂ ਚਲੇ ਜਾਂਦਾ ਹਾਂ। ਕਬਿਤ ਨਾਉ ਕੀਨ ਸਾਥ ਨਿਤ ਸੇਵਾ ਕਰੈ ਹਾਥ ਨਿਜ। ਤੇ ਨਾਲ ਇੱਕ ਨਾਈ ਦੇ ਦਿੱਤਾ, ਲਾਗੀ ਜਿਹਨੂੰ ਕਹਿੰਦੇ, ਤੇ ਉਹਨੂੰ ਤਾਂ ਕਿ ਨਿਜ ਹੱਥੀਂ ਆਪਣੇ ਸੇਵਾ ਕਰ ਸਕੇ ਪੰਡਤ ਦੀ। ਔਰ ਦਾਸ ਕਰੇ ਸੰਗ ਅਧਿਕ ਸਮਾਜ ਤੇ। ਹੋਰ ਵੀ ਸੇਵਾਦਾਰ ਕਈ ਦੇ ਦਿੱਤੇ, ਜਿਹੜੇ ਪਾਲਕੀ ਵਗੈਰਾ ਰਥ ਵਗੈਰਾ ਲਿਜਾ ਸਕਣ ਇੱਧਰ ਉੱਧਰ। ਕੁਝ ਖਰਚ ਪੱਤਾ ਵੀ ਦੇ ਦਿੱਤਾ ਪੰਡਤ ਨੂੰ ਜਾਣ ਵਾਸਤੇ। ਨਗਰ ਨਗਰ ਪ੍ਰਤ ਖੋਜਤ ਫਿਰਤ ਬਰ। ਤੇ ਸਾਧ ਸੰਗਤ ਨਗਰ ਨਗਰ ਪਿੰਡ ਪਿੰਡ ਘੁੰਮਦੇ ਰਹੇ ਵੀ ਚੰਗਾ ਵਧੀਆ ਵਰ ਕੋਈ ਲੱਭ ਸਕੇ। ਰੈਣ ਕੋ ਬਸੇਰਾ ਕਰ ਹੇਰੈ ਸਭ ਸਾਜ ਤੇ। ਕਈ ਥਾਈਂ ਘੁੰਮੇ, ਰਾਤ ਨੂੰ ਟਿਕਾਣਾ ਕਰਦੇ, ਦਿਨ 'ਚ ਕਦੇ ਕਿਸੇ ਪਿੰਡ ਜਾਂਦੇ, ਕਦੇ ਕਿਸੇ ਪਿੰਡ ਜਾਂਦੇ ਰਹੇ। ਜਹ ਆਛੀ ਕੁਲ ਤਾਹ ਧਨ ਮੈਂ ਨਾ ਤੁਲ ਹੋਤ। ਕਈ ਥਾਈਂ ਗਏ ਪਰ ਗੱਲ ਨਾ ਬਣੀ। ਕਿਉਂ? ਜਿੱਥੇ ਤੱਕ ਕੁਲ ਇਹਨਾਂ ਦੀ ਖੱਤਰੀ ਸੀ, ਇਹ ਚੰਦੂ ਬ੍ਰਾਹਮਣ ਜਾਂ ਛਤਰੀਆਂ ਦੇ ਨਾਲ ਇਹਦਾ ਸੰਬੰਧ ਸੀ, ਤੇ ਇਹ ਜਿੱਥੇ ਤਾਂ ਉੱਚੀ ਕੁਲ ਲੱਭਿਆ ਕਰੇ ਬੰਦੇ ਦੀ, ਉੱਥੇ ਤਾਂ ਸਾਧ ਸੰਗਤ ਜੀ ਧਨ ਨਾ ਹੋਇਆ ਕਰੇ ਬੰਦੇ ਕੋਲ। ਜਿਹਦੇ ਕੋਲ ਧਨ ਹੋਇਆ ਕਰੇ ਉਹਦੀ ਕੁਲ ਨਾ ਇਹਦੇ ਵਰਗੀ ਹੋਵੇ ਤੇ ਬੜਾ ਪਰੇਸ਼ਾਨ ਹੋਵੇ। ਜਹਾਂ ਧਨ ਤੁਲ ਤਾਹ ਕੁਲ ਨਹੀਂ ਰਾਜ ਤੇ। ਹਾਂਜੀ, ਜਿੱਥੇ ਧਨ ਹੁੰਦਾ ਉੱਥੇ ਕੁਲ ਵੰਸ਼ ਨਾ ਮਿਲਣੀ, ਜਿੱਥੇ ਵੰਸ਼ ਮਿਲਣੀ ਉੱਥੇ ਧਨ ਨਾ ਹੋਣਾ। ਜਹਾਂ ਧਨ ਕੁਲ ਮੈਂ ਸੋ ਤੁਲਯਤਾ ਮਿਲਤ ਆਏ। ਜਿੱਥੇ ਧਨ ਵੀ ਹੋਣਾ ਕੁਲ ਵੀ ਉੱਚੀ ਮਿਲ ਜਾਣੀ। ਬਾਲਕ ਬਹੀਨ ਰੂਪ ਹੇਰਤ ਕੋ ਕਾਜ ਤੇ। ਉੱਥੇ ਜਿਹੜਾ ਲੜਕਾ ਦੇਖਣਾ ਉਹ ਨਾ ਫਬਣਾ ਪੰਡਤ ਜੀ ਨੂੰ। ਕਿਉਂ? ਦੀਵਾਨ ਚੰਦੂ ਦੀ ਲੜਕੀ ਹੈ, ਹਰੇਕ ਪੱਖ ਤੋਂ ਰੂਪਵੰਤੀ ਹੈ, ਉੱਚੀ ਕੁਲ ਵਾਲੀ ਹੈ, ਧਨ ਦੀ ਕੋਈ ਕਮੀ ਨਹੀਂ, ਤੇ ਉਹ ਰੂਪ ਵਾਲਾ ਨਾ ਦੇ ਲੱਭਿਆ ਕਰੇ। ਤਬਿਤ ਪੁਰ ਪੁਰ ਹੇਰਤ ਫਿਰਤ ਨਰ ਪੁੱਛ ਲੇਤ। ਥਾਂ ਥਾਂ ਤੇ ਗਏ, ਲੋਕਾਂ ਕੋਲੋਂ ਪੁੱਛਦੇ ਹੋਏ ਪਿੰਡਾਂ ਵਿੱਚ ਦੀ ਘੁੰਮੇ ਪੰਡਤ ਜੀ। ਛਤਰੀ ਹੋਇ ਧਨਾੜ ਧਾਮ ਸੁੰਦਰ ਸਪੂਤ ਹੋਏ। ਪੁੱਛਦੇ ਰਹੇ ਵੀ ਭਾਈ ਕੋਈ ਛਤਰੀ ਹੋਵੇ, ਮਾਇਆ ਦੀ ਕਮੀ ਨਾ ਹੋਵੇ, ਉਹਨਾਂ ਦੇ ਪੁੱਤਰ ਹੋਵੇ ਤੇ ਸੋਹਣੇ ਰੂਪ ਵਾਲਾ ਹੋਵੇ। ਸ਼ਾਹ ਕੋ ਸਚੇਵਤਾ ਕੀ ਸੁਤਾ ਕੋ ਸੰਬੰਧ ਚਹੈ। ਬਾਦਸ਼ਾਹ ਜਹਾਂਗੀਰ ਦਾ ਸਚਿਵ ਹੈ, ਵਜ਼ੀਰ ਹੈ, ਦੀਵਾਨ ਹੈ, ਉਹਦੀ ਲੜਕੀ ਦਾ ਅੱਗੇ ਰਿਸ਼ਤਾ ਕਰਨ ਲਈ ਆਏ ਹਾਂ। ਜਾ ਕੇ ਬੜੇ ਭਾਗ ਜਗ ਮਿਲੈ ਇਸ ਥਾਨ ਸੋਏ। ਜਿਹਦੇ ਭਾਗ ਚੰਗੇ ਹੋਣਗੇ ਉਹਨਾਂ ਨੂੰ ਇਹੋ ਜਿਹਾ ਰਿਸ਼ਤਾ ਮਿਲਦਾ ਹੈ। ਹੁਕਮ ਮਹਾਨ ਚਾਰੋ ਦਿਸ਼ ਮੈਂ ਬਖਾਨ ਕਰੈ। ਤੇ ਕਿਉਂਕਿ ਦੀਵਾਨ ਚੰਦੂ ਦਾ ਅਹੁਦਾ ਬਹੁਤ ਵੱਡਾ ਹੈ, ਉਹਦਾ ਹੁਕਮ ਕੀਤਾ ਹੋਇਆ ਕੋਈ ਮੋੜਦਾ ਨਹੀਂ ਚਾਰੇ ਦਿਸ਼ਾਵਾਂ ਵਿੱਚ। ਆਨ ਗਨ ਸੰਪਤਾ ਕੋ ਪ੍ਰਾਪਤ ਸਦਾਈ ਜੋਏ। ਉਹਦੇ ਕੋਲ ਬਹੁਤ ਸੰਪਤੀ ਹੈ, ਧਨ ਬੜਾ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਦਾ ਹੀ। ਫੇਰ ਹਮ ਰਹੇ ਨਹੀਂ ਸੁਧ ਕਹੂੰ ਲਹੇ ਆਸ। ਪਰ ਅਸੀਂ ਲੱਭਿਆ ਬੜਾ, ਹਜੇ ਤੱਕ ਕੋਈ ਖਬਰ ਨਹੀਂ ਮਿਲੀ, ਇਸ ਤਰ੍ਹਾਂ ਦਾ ਕੋਈ ਚੰਗਾ ਰਿਸ਼ਤਾ ਨਹੀਂ ਹੱਥ ਲੱਗਾ। ਤੇਰੇ ਮਨ ਢੇ ਨਹੀਂ ਪਾਇਓ ਕਿਤ ਸਮ ਕੋਏ। ਬਹੁਤ ਥਾਂ ਘੁੰਮੇ ਪਰ ਕਿਤੇ ਹਜੇ ਇਹ ਚੀਜ਼ਾਂ ਬਰਾਬਰ ਦੀਆਂ ਨਹੀਂ ਮਿਲੀਆਂ। ਕਬਿਤ ਫਿਰੇ ਚਾਰ ਔਰ ਮੈਂ ਲਾਹੌਰਪੁਰ ਗਏ ਪੁਨ। ਚਾਰੇ ਪਾਸੇ ਘੁੰਮੇ, ਫਿਰ ਲਾਹੌਰ ਵੀ ਚਲੇ ਗਏ ਕਹਿਓ ਬਹੁ ਲੋਕਨ ਮੈਂ ਦਿੱਲੀ ਹੂੰ ਤੇ ਆਏ ਹੋਏ। ਤੇ ਬਹੁਤ ਲੋਕਾਂ ਨੂੰ ਦੱਸਿਆ ਕਿ ਦਿੱਲੀ ਤੋਂ ਆਏ ਹਾਂ ਚੱਲ ਕੇ। ਚੰਦੂ ਕੇ ਮਨਿੰਦ ਹਮ ਖੋਜਤ ਬਿਲੰਦ ਫਿਰੇ। ਅਸੀਂ ਚੰਦੂ ਦੀ ਵਰਗਾ ਰਿਸ਼ਤਾ ਬੜਾ ਲੱਭਦੇ ਫਿਰਦੇ ਹਾਂ, ਪ੍ਰਾਪਤ ਨਾ ਭਇਓ ਬਹੁ ਥਾਨ ਮੈਂ ਸੁਨਾਏ ਹੈ। ਤੇ ਪਰ ਲੱਭਿਆ ਨਹੀਂ। ਸਾਧ ਸੰਗਤ ਬੜੀ ਥਾਈਂ ਦੱਸਿਆ। ਉਹਦੇ ਕੁਛ ਸਿੱਖ ਤਿਨੋ ਗੁਰੂ ਕੀ ਸਿਫਤ ਕੀਨ। ਲਾਹੌਰ ਵਿੱਚ ਜਦੋਂ ਇਹਨਾਂ ਨੇ ਪੁੱਛਗਿੱਛ ਕੀਤੀ, ਉੱਥੇ ਕੁਝ ਗੁਰਸਿੱਖ ਵੀ ਸਨ, ਕੁਝ ਹੋਰ ਬੰਦੇ ਵੀ ਸਨ। ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਦੱਸ ਦਿੱਤਾ ਕਿ ਜੇ ਤੁਸੀਂ ਉੱਚੀ ਕੁਲ ਖੱਤਰੀਆਂ 'ਚੋਂ ਵੇਖਦੇ, ਧਨ ਦੀ ਕਿਸੇ ਚੀਜ਼ ਦੀ ਕਮੀ ਨਾ ਹੋਵੇ, ਮਾਣ ਸਨਮਾਨ ਦੀ ਕਮੀ ਨਾ ਹੋਵੇ, ਇੱਜ਼ਤਦਾਰ, ਦੁਨੀਆ ਦੇ ਭਲਾ ਕੰਮ ਕਰਨ ਵਾਲੇ, ਤੇ ਜੇ ਕੋਈ ਐਸੀ ਗੱਲ ਹੈ ਤੇ ਗੁਰੂ ਘਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹ ਹਨ। ਉਹਨਾਂ ਦੇ ਘਰ ਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਹਨ।
ਜਿਨ੍ਹਾਂ ਦੇ ਪੁੱਤਰ ਦਾ ਸਰੂਪ ਗੁਰੂ ਹਰਗੋਬਿੰਦ ਜੀ ਦਾ ਬੜਾ ਸੋਹਣਾ ਹੈ। ਮਾਨੋ ਕਿ ਦੁਨੀਆ ਭਰ ਦਾ ਹੁਸਨ ਉਹਨਾਂ ਦੇ ਚਰਨਾਂ ਦੇ ਅੱਗੇ ਸਿਜਦਾ ਕਰਦਾ ਹੈ। ਧਾਨੇ ਅਨਗਨ ਨਿਤ ਸੰਗਤ ਚੜਾਏ ਹੈ। ਤੇ ਨਿਤ ਹੀ ਸੰਗਤਾਂ ਉਹਨਾਂ ਦੇ ਚਰਨਾਂ 'ਚ ਆ ਕੇ ਧਨ ਚੜਾਉਂਦੀਆਂ ਨੇ, ਕਮੀ ਕਿਸੇ ਚੀਜ਼ ਦੀ ਨਹੀਂ। ਉੱਤਮ ਮਹਾਨ ਜਿਨ੍ਹਾਂ ਮਾਨਤ ਜਹਾਨ ਬਹੁ। ਜਿਨ੍ਹਾਂ ਨੂੰ ਦੁਨੀਆ ਮੰਨਦੀ ਹੈ, ਪੂਜਦੀ ਹੈ, ਜ਼ਾਹਰ ਵਿਸਾਲ ਜਸ ਸਭ ਤੇ ਸੁਹਾਏ ਹੈ। ਤੇ ਉਹਨਾਂ ਦਾ ਜਸ ਪੂਰੀ ਦੁਨੀਆ ਵਿੱਚ ਹੈ। ਕੋਈ ਐਸਾ ਖੂੰਜਾ ਨਹੀਂ ਦੁਨੀਆ ਦਾ, ਕੋਈ ਟਿਕਾਣਾ ਨਹੀਂ ਜਿੱਥੇ ਗੁਰੂ ਨਾਨਕ ਦੇ ਘਰ ਦੀ ਗੱਲ ਨਾ ਹੋਵੇ ਤੇ ਗੁਰੂ ਨਾਨਕ ਦੇ ਅੱਗੇ ਸਿਰ ਝੁਕਾਉਣ ਵਾਲੇ ਨਾ ਹੋਣ। ਕਬਿਤ ਧਨ ਅਰ ਬੰਸ ਤੋਂ ਵਿਦਤ ਜਿਮ ਕਹਿਓ ਤੇਮ। ਧਨ ਅਤੇ ਵੰਸ ਤੇ ਸਭ ਕੁਝ ਉਸੇ ਤਰ੍ਹਾਂ ਹੀ ਹੈ। ਤਿੰਨ ਕੇ ਸੁਪੁੱਤਰ ਭਇਓ ਤਾਂ ਕੀ ਸੁਣ ਗਾਥ ਕੋ। ਧਨ ਅਤੇ ਵੰਸ ਦੀ ਤਾਂ ਤੁਹਾਨੂੰ ਦੱਸੇ ਦਿੱਤੀ, ਹੁਣ ਉਹਨਾਂ ਦੇ ਪੁੱਤਰ ਦੀ ਸੁਣ ਲਓ, ਸ਼੍ਰੀ ਹਰਗੋਬਿੰਦ ਜੀ ਦੀ। ਉਹਨਾਂ ਬਾਰੇ ਦੱਸਦੇ ਹਾਂ ਹਾਲਤ। ਰਾਜ ਚਿੰਨ ਅੰਗ ਮੈਂ ਅਨੰਗ ਕੋ ਸਰੂਪ ਮਾਨੋ। ਉਹਨਾਂ ਦਾ ਤਾਂ ਰਾਜ ਚਿੰਨ ਅੰਗ ਮੈਂ, ਉਹਨਾਂ ਦੇ ਅੰਗਾਂ ਦੇ ਵਿੱਚ ਰਾਜਿਆਂ ਵਾਲੇ ਚਿੰਨ ਨੇ, ਮਹਾਰਾਜਿਆਂ ਵਾਲੇ। ਮਾਨੋ ਕਿ ਸਰੀਰ ਕਾਮ ਸਭ ਤੋਂ ਸੋਹਣਾ ਮੰਨਿਆ। ਕਹਿੰਦੇ ਮਾਨੋ ਕਾਮ ਦੇਵਤਾ ਆਪ ਰੂਪ ਧਾਰ ਕੇ ਉਹਨਾਂ ਦੇ ਚਰਨਾਂ ਦਾ ਜੋੜਾ ਬਣ ਕੇ, ਦਾਸ ਬਣ ਕੇ ਵਿਚਰਦਾ ਹੋਵੇ। ਜਿਹੜੀ ਦੁਨੀਆ ਦਾ ਸੁਹੱਪਣ ਸਭ ਉਹਨਾਂ ਦੇ ਚਰਨਾਂ ਵਿੱਚ ਹੈ। ਬਾਹੂ ਹੈ ਪ੍ਰਲੰਬ ਮੁਖ ਰੂਪ ਨਿਸਨਾਥ ਕੋ। ਤੇ ਕਹਿੰਦੇ ਲੰਮੀਆਂ ਬਾਹਾਂ ਤੇ ਮੁਖੜਾ ਬੜਾ ਸੋਹਣਾ ਹੈ, ਮਾਨੋ ਚੰਦਰਮਾ ਹੋਵੇ। ਲੋਚਨ ਵਿਸਾਲ ਤੇ ਬਿਲੋਕਤ ਨਿਹਾਲ ਕਰੈ। ਤੇ ਅੱਖਾਂ ਚੌੜੀਆਂ, ਤੇ ਜਿਹਦੇ ਵੱਲ ਤੱਕਦੇ ਆ ਨਾ ਭਰਮੇ ਨੇਤਰਾਂ ਨਾਲ, ਮਾਨੋ ਬੰਦੇ ਨੂੰ ਨਸ਼ਾ ਚੜ੍ਹ ਦਿੰਦੇ ਆ, ਖੁਮਾਰੀ ਦਾ, ਨਾਮ ਦਾ ਨਿਹਾਲ ਕਰ ਦਿੰਦੇ ਆ ਸ਼੍ਰੀ ਹਰਗੋਬਿੰਦ ਜੀ। ਚਾਰ ਹੋਰ ਸੰਗਤਾਂ ਨਿਵਾਵੈ ਪੱਗ ਮਾਥ ਕੋ। ਚਾਰੇ ਪਾਸੇ ਦੀਆਂ ਸੰਗਤਾਂ ਨਾ ਆ ਕੇ ਸਿਰ ਝੁਕਾਉਂਦੀਆਂ ਨੇ, ਨਮਸਕਾਰ ਕਰਦੀਆਂ ਹਨ। ਸੁਦਾ ਕੇ ਸਹਤ ਚੰਦੂ ਭਾਗ ਦੇ ਮਹਤ ਹੋਏ। ਇਹ ਤਾਂ ਤੂੰ ਕਹਿਣਾ ਨਾ ਵੀ ਅਸੀਂ ਚੰਗਾ ਲੱਭਦੇ ਹਾਂ ਰਿਸ਼ਤਾ। ਓਏ ਉਹ ਜੇ ਉੱਥੇ ਤੁਹਾਡਾ ਰਿਸ਼ਤਾ ਜੁੜ ਗਿਆ ਤੇ ਤੁਹਾਡੇ ਚੰਦੂ ਅਤੇ ਉਹਦੀ ਲੜਕੀ ਦੇ ਭਾਗ ਚੰਗੇ ਮੰਨੀ। ਜੇ ਉੱਥੇ ਰਿਸ਼ਤਾ ਜੁੜ ਜਾਏ ਤੁਹਾਨੂੰ, ਬਨੈ ਸਨ ਬੰਧ ਤਬ ਸਤ ਗੁਰੂ ਸਾਥ ਕੋ। ਜੇ ਉੱਥੇ ਸੰਬੰਧ ਜੁੜ ਗਿਆ ਤੇ ਕਿਸਮਤ ਚੰਗੀ ਹੋਈ, ਭਾਗ ਨੇ ਸਾਥ ਦਿੱਤਾ, ਤਾਂ ਫਿਰ ਯਾਦ ਕਰੋਗੇ ਜ਼ਿੰਦਗੀ ਵਿੱਚ, ਕੁਲਾਂ ਯਾਦ ਰਹਿਣਗੀਆਂ ਤੁਹਾਡੀਆਂ, ਪੂਜੀਆਂ ਜਾਣਗੀਆਂ, ਸਤਿਕਾਰ ਹੋਏਗਾ, ਜਾਣੀ ਭਾਗਾਂ ਵਾਲੇ ਹੋਵੋਗੇ। ਕਬਿਤ ਸੁਨ ਦਿਜ ਬਰ ਔਰ ਹਰਖ ਅਧਕ ਧਰ। ਪੰਡਤ ਨੇ ਸੁਣਿਆ ਕਿ ਬੜਾ ਘੁੰਮਿਆ, ਕਿੰਨੇ ਦਿਨ ਘੁੰਮਦੇ ਰਹੇ, ਚਲੋ ਇੱਕ ਥਾਂ ਤੇ ਚੰਗਾ ਰਿਸ਼ਤਾ ਪਤਾ ਲੱਗਾ, ਖੈਰ ਪੈ ਗਈ, ਬੜੀ ਚੰਗੀ ਗੱਲ ਹੈ। ਦੂਰੋਂ ਬਾਰ ਗੁਰੂ ਪਾਇਓ ਵਿਚਰਤ ਗਏ ਹਾਰ। ਬੜੀ ਦੂਰ ਤੱਕ ਘੁੰਮੇ, ਵਿਚਰਦਿਆਂ ਵਿਚਰਦਿਆਂ ਥੱਕ ਕੇ ਗਏ। ਚਲੋ ਚੰਗਾ ਹੋਇਆ ਕਿ ਗੁਰੂ ਘਰ ਵਿੱਚ ਇਹ ਰਿਸ਼ਤਾ ਲੱਭ ਗਿਆ। ਰੂਪਵਤੀ ਕੰਨਿਆ ਹੁੰਦੀ ਬਾਲਕ ਸੁਨਿਓ ਸੋ ਤੈਸੋ। ਕਹਿੰਦੇ ਲੜਕੀ ਵੀ ਚੰਦੂ ਦੀ ਰੂਪਵੰਤੀ ਹੈ, ਬੜੀ ਸੁੰਦਰ ਹੈ, ਪਰ ਇੱਧਰੋਂ ਇਹ ਬਾਲਕ ਹਰਗੋਬਿੰਦ ਜੀ ਦਾ ਵੀ ਸਰੂਪ ਬੜਾ ਸੋਹਣਾ ਛਬੀਲਾ ਮੰਨਿਆ ਜਾਂਦਾ, ਸੁਣਿਆ ਹੈ। ਦੇਰ ਨਾ ਬਨਤ ਅਬ ਗਮਨੈ ਤਿਨੋ ਕੇ ਦੁਆਰ। ਕਹਿੰਦੇ ਹੁਣ ਦੇਰੀ ਨਾ ਕਰੀਏ, ਚਲੋ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਬੈਠਦੇ ਹਾਂ। ਜਨ ਕੈ ਅਰੂੜ ਕਰ ਆਨੰਦ ਅਰੂੜ ਕਰ। ਤੇ ਸਾਧ ਸੰਗਤ ਚੱਲ ਪਏ ਬੜੇ ਆਨੰਦ ਦੇ ਨਾਲ, ਬੜੀ ਤੇਜ਼ੀ ਨਾਲ। ਪੰਥ ਮੈਂ ਪਿਆਨੇ ਬਾਤ ਚਿਤ ਮੈਂ ਵਿਚਾਰ ਚਾਰ। ਰਸਤੇ ਵਿੱਚ ਜਾਂਦੇ ਮਨ ਵਿੱਚ ਵਿਚਾਰਾਂ ਕਰਦੇ ਜਾਂਦੇ ਹਨ ਸੋਹਣੀਆਂ। ਰਾਮਦਾਸਪੁਰੀ ਮੈਂ ਪ੍ਰਵੇਸ਼ ਭਏ ਆਨ ਕਰ। ਚਲਦੇ ਚਲਦੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਰਾਮਦਾਸਪੁਰੀ ਪਹੁੰਚ ਗਏ। ਸੁਧਾ ਸਰ ਹੀਰ ਕੈ ਪ੍ਰਸੰਨਤਾ ਵਿਸ਼ੇਸ਼ ਧਾਰ। ਜਦੋਂ ਅੱਗੇ ਆਏ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਤੱਕਿਆ, ਸਾਧ ਸੰਗਤ ਪੰਡਤ ਤੇ ਹੈਰਾਨ ਹੀ ਰਹਿ ਗਿਆ। ਆਹਾ ਹਾ ਹਾ, ਗੁਰੂ ਘਰ ਦੀ ਸ਼ੋਭਾ, ਸੰਗਤਾਂ ਦੀਆਂ ਲਾਈਨਾਂ, ਸੰਗਤਾਂ ਦਾ ਪਿਆਰ ਸਤਿਕਾਰ, ਜੈ ਜੈਕਾਰ, ਕਿਸੇ ਚੀਜ਼ ਦੀ ਕਮੀ ਉਹ ਨਹੀਂ ਹੈ। ਸਵਈਆ ਅੰਦਰ ਸ੍ਰੀ ਹਰਿਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ ਸੁਣਦੇ, ਸੋਹਣੇ ਰੂਪ ਵਾਲੇ ਬਾਣੀ ਸੁਣਦੇ,
ਵਿਰਾਜਦੇ ਹਨ। ਸੰਗਤ ਆਵਤ ਹੈ ਇਕ ਜਾਗ, ਨਿਹਾਰਤ ਹੀ ਅਗ ਭਜਤ ਹੈ। ਕੋਈ ਆਉਂਦਾ ਹੈ, ਕੋਈ ਜਾਂਦਾ ਹੈ, ਦਰਸ਼ਨ ਕੀਤੇ ਹੀ ਪਾਪ ਕੱਟੇ ਜਾਂਦੇ ਹਨ। ਗਾਵਤ ਰਾਗ ਰਬਾਬੀ ਕਨੇ, ਫਿਰ ਆਗੇ ਸੋ ਬਾਦਤ ਬਾਜਤ ਹੈ। ਰਬਾਬੀ ਕੀਰਤਨ ਕਰਦੇ ਤੇ ਸਾਧ ਸੰਗਤ ਮਹਾਰਾਜ ਜੀ ਦੇ ਅੱਗੇ ਉਸਤਤੀ ਕਰਦੇ ਹਨ। ਹੋਤੇ ਅਨੇਕਨ ਕੀ ਅਰਦਾਸ, ਮਨੋਰਥ ਸੇਵਕ ਸਾਜਤ ਹੈ। ਅਨੇਕਾਂ ਗੁਰਸਿੱਖ ਅਰਦਾਸਾਂ ਕਰਦੇ ਤੇ ਗੁਰਸਿੱਖਾਂ ਦੀਆਂ ਅਰਦਾਸਾਂ ਸੁਣ ਕੇ ਮਹਾਰਾਜ ਉਹਨਾਂ ਨੂੰ ਅਨੇਕਾਂ ਹੀ ਬਖਸ਼ਿਸ਼ਾਂ ਕਰਦੇ, ਉਹਨਾਂ ਦੀਆਂ ਇੱਛਾ ਪੂਰੀਆਂ ਕਰਦੇ, ਉਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਹਨ। ਸਵਈਆ ਦੇਖ ਪ੍ਰਤਾਪ ਵਿਸਾਲ, ਗੁਰੂ ਕੋ ਵਿਪਰ ਆਨੰਦ ਲਹਿਓ ਗੁਰੂ ਭਾਰੀ। ਗੁਰੂ ਘਰ ਦਾ ਪ੍ਰਤਾਪ ਵੇਖ ਕੇ ਨਾ ਇਹ ਜਿਹੜਾ ਦਿੱਲੀ ਤੋਂ ਚੱਲ ਕੇ ਆਇਆ ਹੈ ਵਿਪਰ ਪੰਡਿਤ, ਇਹ ਬੜਾ ਹੀ ਖੁਸ਼ ਹੋਇਆ, ਦੇਖਦਾ ਹੀ ਰਹਿ ਗਿਆ, ਬੜਾ ਹੈਰਾਨ ਰਹਿ ਗਿਆ ਵੀ ਐਸੀ ਵੀ ਜ਼ਿੰਦਗੀ ਹੋ ਸਕਦੀ, ਐਸਾ ਵੀ ਜੀਵਨ ਹੋ ਸਕਦਾ ਗੁਰਸਿੱਖਾਂ ਦਾ, ਐਸਾ ਵੀ ਕੋਈ ਥਾਂ ਹੈ ਜਿੱਥੇ ਕੇਵਲ ਇੱਕ ਵਾਰ ਪ੍ਰਵੇਸ਼ ਕਰ ਜਾਈਏ ਤੇ ਕਹਿ ਲਓ ਕਿ ਦੇਸ਼ ਕਾਲ ਵਸਤੂ ਭੁੱਲ ਜਾਂਦੀ ਹੈ, ਮੰਨੋ ਕਿ ਸਮਾਧੀ ਲੱਗ ਜਾਂਦੀ ਹੈ। ਐਸਾ ਆਨੰਦ, ਇਹ ਤਾਂ ਕਮਾਲ ਹੈ। ਜੇ ਦੁਨੀਆ ਦੇ ਵਿੱਚ ਕਿਸੇ ਸਵਰਗ ਦੀ ਗੱਲ ਕੀਤੀ ਜਾ ਸਕਦੀ ਤੇ ਇਹ ਕਹਾਂਗੇ ਸਵਰਗ ਇੱਥੇ ਵਰਗਾ ਨਹੀਂ ਹੋ ਸਕਦਾ। ਸਵਰਗ ਵੀ ਥੱਲੇ ਹੀ ਹੈ ਗੁਰੂ ਘਰ ਦੀ ਸ਼ੋਭਾ ਤੋਂ। ਚੰਦ ਮਾਨਿੰਦ ਹੈ ਕਹਿ ਦੋ ਬਿਲੰਦ ਹੈ, ਮਾਨਤ ਬੰਧਨ ਕਹਿ ਨਰ ਨਾਰੀ। ਇਹ ਤਾਂ ਸਮਝ ਨਹੀਂ ਲੱਗਦੀ, ਮੈਨੂੰ ਲੱਗਦਾ ਚੰਦੂ ਦੇ ਬਰਾਬਰ ਨਹੀਂ, ਚੰਦੂ ਤੋਂ ਵੱਡੇ ਹੀ ਆ ਇਹ। ਇਹਨਾਂ ਨੂੰ ਤੇ ਦੁਨੀਆ ਨਮਸਕਾਰਾਂ ਕਰਦੀ, ਚੰਦੂ ਨੂੰ ਕਿਹੜਾ ਜਾਣਦਾ ਇਹਨਾਂ ਦੇ ਸਾਹਮਣੇ। ਸ੍ਰੀ ਹਰਿਗੋਬਿੰਦ ਇਤਨੇ ਮੈਂ ਤਹ ਆਏ ਗਏ, ਦੁੱਧ ਤੀਰਗ ਧਾਰੀ। ਇਤਨੇ ਦੇ ਵਿੱਚ ਸੋਚ ਹੀ ਰਿਹਾ ਗੱਲਾਂ ਬਾਤਾਂ, ਸ਼੍ਰੀ ਹਰਗੋਬਿੰਦ ਸਾਹਿਬ ਆ ਗਏ, ਮਹਾਰਾਜ ਸੱਚੇ ਪਾਤਸ਼ਾਹ। ਆਹਾ ਕੈਸੀ ਸ਼ੋਭਾ ਹੈ ਸੁਣੋ। ਸੰਗਤ ਦੇਖਤ ਪ੍ਰੇਮ ਵਿਸੇਖ, ਅਸੇਖ ਖਰੇ ਹੋਏ ਆਦਰਕਾਰੀ। ਸੰਗਤਾਂ ਦਰਸ਼ਨ ਕਰ ਰਹੀਆਂ, ਬੜਾ ਪ੍ਰੇਮ ਹੈ ਤੇ ਬੜੇ ਸਾਰੇ ਗੁਰਸਿੱਖ ਆਦਰ ਕਰਨ ਨੂੰ ਖੜੇ ਹਨ। ਕਬਿਤ ਕੋਕਨਾਦ ਪਾਦ ਮ੍ਰਿਦ ਰਕਤ ਛਬੀਲੇ ਆਤ। ਮਹਾਰਾਜ ਸਾਹਿਬ ਦੇ ਜਿਹੜੇ ਕੋਕਨਾਦ ਪਦ, ਆਹਾ ਲਾਲ ਕਵਲ ਵਰਗੇ ਚਰਨ, ਕੋਮਲ ਰਕਤ ਛਬੀਲੇ ਆਤ, ਚਰਨਾਂ ਦੇ ਵਿੱਚ ਖੂਨ ਭਰਿਆ ਹੋਇਆ ਹੈ। ਹੀਰਨ ਕੀ ਪੰਗਤ ਜੋ ਨਖ ਹੈ ਆਨੰਦ ਕਰ। ਨੌ ਮਹਾਰਾਜ ਦੇ ਇਉਂ ਚਮਕਾ ਮਾਰਦੇ ਚਰਨਾਂ ਦੇ ਉੱਤੇ ਜਿਵੇਂ ਹੀਰੇ ਜੜੇ ਹੋਣ, ਨਾਖੂਨ ਚਰਨਾਂ ਦੇ ਇਉਂ ਹਨ। ਚਿਕਨ ਆਕਾਰ ਏਕ ਸਾਰ ਜੁਗ ਜੰਗ ਨੀਕੇ। ਤੇ ਦੋਵੇਂ ਜਿਹੜੇ ਲੱਤਾਂ ਹਨ ਨਾ ਇੱਕ ਸਾਰ ਸੋਹਣੀਆਂ, ਹਰੀ ਦੇ ਬੂਟੇ ਵਾਂਗੂ ਬੜੀਆਂ ਹੀ ਸੋਹਣੀਆਂ ਹਨ। ਗੁਲਫ ਸੁਜਾਨੂ ਗ੍ਰੰਥ ਨਿਠਰ ਬਿਲੰਦ ਕਰ। ਤੇ ਮਹਾਰਾਜ ਦੇ ਜਿਹੜੇ ਚਰਨਾਂ ਦੇ ਉੱਤੇ ਆਪਾਂ ਗੋਡਿਆਂ ਦੀਆਂ ਗੰਢਾਂ ਹੁੰਦੀਆਂ ਨਾ, ਇਹ ਬੜੀਆਂ ਪੀਂਡੀਆਂ ਵੱਡੀਆਂ ਗਿੱਟਿਆਂ ਤੋਂ, ਐਸਾ ਸੁੰਦਰ ਚਰਨਾਂ ਨੂੰ ਵੇਖ ਕੇ ਹੀ ਬਸ ਰੂਹ ਖਿੜ ਜਾਂਦੀ ਹੈ। ਤ੍ਰਿਵਲੀ ਉਦਾਰ ਪਬ ਕਾ ਗੰਭ। ਬੜਾ ਸੋਹਣਾ ਸਰੀਰ, ਉਦਾਰ ਪਰ ਸਾਰੇ ਸਰੀਰ ਦਾ ਹੀ ਕਵੀ ਜੀ ਨੇ ਵਰਣਨ ਕੀਤਾ ਕਿ ਚਰਨ ਬੜੇ ਸੋਹਣੇ ਹੈ, ਮਾਨੋ ਕਿ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਛਾਤੀ ਬੜੀ ਸੋਹਣੀ ਆ। ਮਹਾਰਾਜ ਸਾਹਿਬ ਦਾ ਸਰੀਰ ਭਾਰਾ, ਮਹਾਰਾਜ ਦੇ ਡੌਲੇ ਵੱਡੇ ਵੱਡੇ ਆ ਤੇ ਮਹਾਰਾਜ ਦਾ ਸਰੀਰ ਲੰਮੇ ਬੜੇ ਹਨ। ਐਸਾ ਸਾਰਾ ਕੁਝ ਕਵੀ ਜੀ ਨੇ ਇੱਥੇ ਦੱਸਿਆ ਹੈ। ਆਯੁਧ ਸੁ ਛਾਤੀ ਦਵੈ ਉਤੰਗ ਹੈ ਸਿਕੰਦ ਕਰ। ਮਹਾਰਾਜ ਦੇ ਮੋਢੇ ਥੋੜੇ ਜਿਹੇ ਉੱਚੇ ਸਨ, ਏਦਾਂ ਲੰਮੀਆਂ ਬਾਹਾਂ, ਇਉਂ ਮਹਾਰਾਜ ਜੀ ਦਾ ਸੋਹਣਾ ਸੁੰਦਰ ਸਰੀਰ ਹੈ। ਗਾਡੇ ਭੁਜ ਦੰਡ ਹੈ ਪ੍ਰਚੰਡ ਬਲ ਵੰਡ ਬੜੇ। ਬੜੇ ਬਲਵੰਡ ਬਲ ਵਾਲੇ ਆ, ਬੜੇ ਪ੍ਰਚੰਡ ਜੋਸ਼ ਵਾਲੇ ਹਨ। ਕੁੰਚਰ ਕੀ ਸੁੰਡ ਜਿਮ ਸ਼੍ਰੀ ਹਰਗੋਬਿੰਦ ਕਰ। ਗੁਰੂ ਜੀ ਦੇ ਲੰਮੇ ਲੰਮੇ ਹੱਥ, ਸ਼੍ਰੀ ਹਰਗੋਬਿੰਦ ਜੀ ਦੇ ਮਹਾਰਾਜ ਦੇ ਜਿਵੇਂ ਹਾਥੀ ਦੀ ਸੁੰਡ ਨਹੀਂ ਹੁੰਦੀ ਲੰਮੀ ਜੀ, ਇਉਂ ਇੰਨੇ ਸੋਹਣੇ ਮਹਾਰਾਜ ਜੀ ਦੇ ਹੱਥ ਨੇ। ਸਰੀਰ ਆਹਾ ਵੇਖ ਕੇ ਭੁੱਖ ਲੱਥਦੀ ਹੈ। ਅੱਗੇ ਹੁਣ ਕਿਸ ਤਰ੍ਹਾਂ ਦਾ ਉਹਨਾਂ ਦਾ ਸਰੀਰ ਹੈ, ਉਹਦੀਆਂ ਕਵੀ ਜੀ ਦੀ ਲਿਖਤ 'ਚ ਬਸ ਜੀ ਸਾਧ ਸੰਗਤ ਜਿਉਂ ਜਿਉਂ ਲਿਖਦੇ ਜਾਂਦੇ ਵਿੱਚੇ ਵਿੱਚ ਰੂਹ ਖਿੜੀ ਜਾਂਦੀ ਹੈ। ਕਿਵੇਂ ਗੁਰੂ ਜੀ ਦੀ ਉਸਤਤੀ ਕਰਦੇ ਆ, ਨਾਲੇ ਉਸਤਤੀ ਕਰਦੇ ਆ, ਨਾਲੇ ਦੱਸਦੇ ਆ ਪੰਡਿਤ ਕਿਵੇਂ ਦੇਖਦਾ ਹੈ, ਔਰ ਗੁਣ ਵੀ ਦੱਸਦੇ ਆ। ਇਹ ਅੱਜ ਕੱਲ੍ਹ ਵੀ ਅਸੀਂ ਰਿਸ਼ਤੇ ਕਰਦੇ ਹਾਂ ਲੜਕੀ ਲੜਕਿਆਂ ਦੇ, ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ, ਕੀ ਕੁਝ ਦੇਖਣ ਨੂੰ ਹੁੰਦਾ, ਕਿਵੇਂ ਵੇਖੀਦਾ ਉਹ ਵੀ ਸਿੱਖਣ ਨੂੰ ਮਿਲਦਾ। ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਸੁਣਾਂਗੇ। ਕਿਵੇਂ ਚੰਦੂ ਦੀ ਲੜਕੀ ਦਾ ਰਿਸ਼ਤਾ ਮਹਾਰਾਜ ਕੋਲ ਲੈ ਕੇ ਜਾਣਗੇ, ਕਿਹੜੀ ਕਰਤੂਤ ਕਰਕੇ ਇਹਨਾਂ ਦੀ ਕਰਕੇ ਰਿਸ਼ਤਾ ਟੁੱਟ ਜਾਏਗਾ, ਤੇ ਗੁਰੂ ਘਰ ਦਾ ਵਿਰੋਧ ਕਿਵੇਂ ਚੰਦੂ ਕਰੇਗਾ,
ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਹੀ ਸੁਣਨਾ ਹੈ। ਇੱਥੇ ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋਂ ਦਾਸੁਰੂ ਮੈਂ ਨਿਰਗੁਣ, ਨਾਨਕ ਦੀਜੈ ਨਾਮ ਦਾਨ ਰਾਖੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ ਨਾਨਕ, ਏਕ ਅੱਖਰ ਹਰ ਮਨ ਬਸਤ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।